केतुँ ते आए को है मत अनजान तेरी। मंदिर रसूल दिस चरण पसारे है। केतुँ ते आए को है मत अनजान तेरी। मंदिर रसूल दिस चरण पसारे हैं। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਗੋਬਿੰਦ। ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ सोए। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, जितने भी आप माई भाई नेमी प्रेमी दूरों नेड़ियों चल करके महापुरखों की पावन पवित्र अस्थान अथवा गुरु बाबा जियां दी सचखंड दरबार दे विच पहुँचे हो, सब सतगुरां दे चरनां दे विच हाजरियां लवाउण दे वास्ते ਚਿੱਤ ਬਿਰਤੀ ਨੂੰ ਬਾਹਰੋਂ ਇਕਾਗਰ ਕਰਨ ਦੀ ਖੇਚਲ ਕਰੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਪਾਸ ਭਾਈ ਮਰਦਾਨੇ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਨੂੰ ਮੱਕੇ ਸ਼ਰੀਫ ਦੇ ਦਰਸ਼ਨ ਕਰਵਾ ਦੇਵੋ। ਗੁਰੂ ਬਾਬਾ ਜੀ ਕਹਿਣ ਲੱਗੇ, ਭਾਈ ਮਰਦਾਨਾ, ਇਹ ਜਗ੍ਹਾ ਜਿਸ ਅਸਥਾਨ 'ਤੇ ਆਪਾਂ ਖੜ੍ਹੇ ਹਾਂ ਨਾ, ਜੇਕਰ ਇੱਥੋਂ ਤੁਰ ਪਈਏ ਚੱਲ ਪਈਏ ਤੇ ਕਈ ਸਾਲਾਂ ਦਾ ਸਮਾਂ ਬਤੀਤ ਹੋ ਜਾਵੇਗਾ, ਫਿਰ ਜਾ ਕੇ ਕਿਤੇ ਮੱਕੇ ਦੇ ਦਰਸ਼ਨ ਹੋਣੇ ਹਨ। ਤਾਂ ਭਾਈ ਮਰਦਾਨੇ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੇਕਰ ਆਪ ਜੀ ਜਾਣਾ ਚਾਹੁੰਦੇ ਹੋ ਤੇ ਇੱਕ ਨਿਮਕ ਦੇ ਵਿੱਚ, ਇੱਕ ਛਿੰਦ ਦੇ ਵਿੱਚ ਵੀ ਮੱਕੇ ਪਹੁੰਚ ਸਕਦੇ ਹੋ, ਕਿਉਂਕਿ ਗੁਰੂ ਬਾਬਾ ਜੀਆਂ ਨੇ ਪੈਦਲ ਚੱਲ ਕੇ ਬੜਾ ਸਫ਼ਰ ਕੀਤਾ ਸੀ। ਔਰ ਦੂਰ ਦਰਾਡੇ ਜਾਣਾ ਹੁੰਦਾ ਤਾਂ ਸੁਰਤੀ ਦੀ ਸਵਾਰੀ ਕਰਦੇ, ਕਿਤੇ ਇੱਕ ਸਥਾਨ 'ਤੇ ਬੈਠਦੇ। ਭਾਈ ਬਾਲੇ ਮਰਦਾਨੇ ਨੂੰ ਹੁਕਮ ਹੁੰਦਾ ਕਿ ਆਪਣੇ ਨੇਤਰ ਬੰਦ ਕਰੋ। ਜਦ ਨੇਤਰ ਖੋਲ੍ਹਣ ਦੇ ਵਾਸਤੇ ਹੁਕਮ ਹੁੰਦਾ, ਬਚਨ ਹੁੰਦਾ, ਤਾਂ ਕਿਤੇ ਅੱਗੇ ਹਜ਼ਾਰਾਂ ਕੋਹਾਂ 'ਤੇ ਪਹੁੰਚੇ ਹੁੰਦੇ ਸਨ। ਭਾਈ ਮਰਦਾਨਾ ਕਹਿਣ ਲੱਗਿਆ, ਸੱਚੇ ਪਾਤਸ਼ਾਹ ਜੇਕਰ ਆਪ ਜਾਣਾ ਚਾਹੁੰਦੇ ਹੋ ਇੱਕ ਨਿਮਕ ਦੇ ਵਿੱਚ, ਇੱਕ ਛਿੰਦ ਦੇ ਵਿੱਚ ਹੀ ਪਹੁੰਚ ਜਾਵੋ। ਗੁਰੂ ਮਹਾਰਾਜ ਭਾਈ ਮਰਦਾਨੇ ਦੀ ਬੇਨਤੀ ਸੁਣ ਕੇ ਪ੍ਰਸੰਨ ਹੋਏ। ਕਹਿਣ ਲੱਗੇ, ਚੰਗਾ ਮਰਦਾਨਾ, ਤੈਨੂੰ ਮੱਕੇ ਦੇ ਦਰਸ਼ਨ ਕਰਵਾ ਦਿੰਦੇ ਹਾਂ। ਤਾਂ ਇਸ ਸਥਾਨ ਤੋਂ ਚੱਲੇ ਤਾਂ ਥੋੜ੍ਹੇ ਹੀ ਪਲਾਂ ਦੇ ਵਿੱਚ ਸੱਖਰ ਪੱਖਰ ਨਾਮ ਦੀ ਜਗ੍ਹਾ 'ਤੇ ਪਹੁੰਚ ਜਾਂਦੇ ਹਨ, ਜਿਸ ਸਥਾਨ 'ਤੇ ਬਹੁਤ ਸਾਰੇ ਕਾਜੀ ਮੁਲਾਨੇ, ਬਹੁਤ ਸਾਰੇ ਹਾਜੀ ਇਕੱਠੇ ਹੋਏ ਸਨ। ਮੱਕੇ ਦੀ ਯਾਤਰਾ ਨੂੰ ਚੱਲੇ ਸਨ, ਜ਼ਿਆਰਤ ਨੂੰ ਚੱਲੇ ਸਨ। ਗੁਰੂ ਬਾਬਾ ਜੀ ਵੀ ਉੱਥੇ ਪਹੁੰਚ ਜਾਂਦੇ ਹਨ। ਤਾਂ ਉਸ ਸਥਾਨ 'ਤੇ ਗੁਰੂ ਮਹਾਰਾਜ ਜੀਆਂ ਨੇ ਮੁਸਲਮਾਨਾਂ ਅਤੇ ਹਿੰਦੂਆਂ ਵਾਲਾ ਰਲਮਾ ਮਿਲਮਾ ਜਿਹਾ ਭੇਸ ਧਾਰਨ ਕੀਤਾ। ਤਾਂ ਉਹ ਕਾਜੀ ਮਲਾਨੇ ਦੇਖ ਕੇ ਪੁੱਛਣ ਲੱਗਦੇ ਹੈ ਕਿ ਤੁਸੀਂ ਕੌਣ ਹੋ
ਔਰ ਤੁਹਾਡੇ ਲਿਬਾਸ ਤੋਂ ਪਤਾ ਨਹੀਂ ਲੱਗਦਾ ਕਿ ਹਿੰਦੂ ਹੋ ਜਾਂ ਮੁਸਲਮਾਨ ਹੋ। ਤੇ ਤੁਹਾਡਾ ਨਾਮ ਕੀ ਹੈ, ਕਿਸ ਦੇਸ਼ ਤੋਂ ਆਏ ਹੋ, ਅੱਗੇ ਕਿੱਥੇ ਜਾਣਾ ਚਾਹੁੰਦੇ ਹੋ। ਤਾਂ ਗੁਰੂ ਬਾਬਾ ਜੀਆਂ ਨੇ ਦੱਸ ਦਿੱਤਾ। ਕਹਿਣ ਲੱਗੇ ਅਸੀਂ ਬੇਗਮਪੁਰੇ ਦੇਸ਼ ਤੋਂ ਆਏ ਹਾਂ। ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋਹ ਨਾਹੀ ਤਿਹ ਠਾਓ। ਤਾਂ ਗੁਰੂ ਬਾਬਾ ਜੀਆਂ ਨੇ ਦੱਸਿਆ ਕਿ ਅਸੀਂ ਹਿੰਦੂ ਅਤੇ ਮੁਸਲਮਾਨ ਦੋਨਾਂ ਦੇ ਗਵਾਹ ਹਾਂ। ਦੁਨੀਆ ਦੇ ਵਿੱਚ ਹਿੰਦੂ ਅਤੇ ਮੁਸਲਮਾਨਾਂ ਨੇ ਆਪਣੇ ਮਜ਼ਹਬ ਦੇ ਮੁਤਾਬਕ ਝਗੜੇ ਛੇੜੇ ਹੋਏ ਹਨ, ਤੇ ਬੰਦਾ ਤੇ ਇਸ ਦੁਨੀਆ ਦੇ ਵਿੱਚ ਬੰਦਗੀ ਕਰਨ ਦੇ ਵਾਸਤੇ ਆਇਆ। ਬੜੇ ਅਮੋਲਕ ਬਚਨ ਸੁਣਾਏ। ਸਭ ਸੁਣ ਕੇ ਬੜੇ ਹੈਰਾਨ ਹੋਏ ਕਿ ਇਹ ਤੇ ਬੜੇ ਮਹਾਨ ਬੋਲ ਰਹੇ ਹਨ। ਉਹਨਾਂ ਹੀ ਕਾਜੀ ਮੌਲਾਨਿਆਂ ਦੇ ਵਿੱਚੋਂ ਇੱਕ ਮੁਲਤਾਨ ਦਾ ਪੀਰ ਬਹਾਵਲਦੀਨ ਨਾਮ ਕਰਕੇ ਉਹ ਬੜੀ ਤਰਕ ਦੇ ਨਾਲ ਬੋਲਿਆ। ਉਹ ਕਹਿਣ ਲੱਗਿਆ ਕਿ ਤੁਸੀਂ ਇਹ ਆਪਣੇ ਪਾਸ ਇੱਕ ਕਿਤਾਬ ਰੱਖੀ ਹੋਈ ਹੈ, ਇਸ ਨੂੰ ਪੜ੍ਹਨ ਵੀ ਜਾਣਦੇ ਹੋ ਜਾਂ ਨਹੀਂ ਜਾਣਦੇ? ਜਾਣਦੇ ਹੋ ਤਾਂ ਇਹਦੇ ਮਾਇਨੇ, ਇਹਦੇ ਅਰਥ ਕਰਕੇ ਦੱਸੋ। ਗੁਰੂ ਬਾਬਾ ਜੀਆਂ ਨੇ ਦੱਸਿਆ ਕਿ ਕਿਤਾਬਾਂ ਦਾ ਪੜ੍ਹਨਾ 3 ਪ੍ਰਕਾਰ ਦਾ ਹੈ। ਤਾਂ ਸਤਿਗੁਰਾਂ ਦੇ ਬਚਨ ਸੁਣੇ ਤਾਂ ਫਿਰ ਵੀ ਬੜੇ ਅਮੋਲਕ ਬਚਨ ਸੁਣ ਕੇ ਵੀ ਇਹਨਾਂ ਦੇ ਮਨ 'ਚੋਂ ਈਰਖਾ ਦੂਰ ਨਾ ਹੋਈ। ਇਹ ਕਹਿਣ ਲੱਗੇ ਕਿ ਇਹ ਬੋਲੀ ਤੋਂ ਤੇ ਸਾਨੂੰ ਹਿੰਦੂ ਜਾਪਦੇ ਹੈ, ਔਰ ਸਾਡੇ ਨਾਲ ਮਿਲ ਕੇ ਹੁਣ ਮੱਕੇ ਦੀ ਜ਼ਿਆਰਤ ਕਰਨਾ ਚਾਹੁੰਦੇ ਹਨ। ਤੇ ਇਹ ਤੇ ਭਲੀ ਗੱਲ ਨਹੀਂ ਹੈ, ਠੀਕ ਗੱਲ ਨਹੀਂ ਹੈ ਕਿ ਸਾਡੇ ਨਾਲ ਮਿਲ ਕੇ ਕੋਈ ਹਿੰਦੂ ਮੱਕੇ ਦੇ ਵਿੱਚ ਜਾਵੇ। ਤੇ ਆਪਾਂ ਇਉਂ ਕਰੀਏ ਕਿ ਇਹਨਾਂ ਨੂੰ ਕੋਈ ਨਾ ਕੋਈ ਬਹਾਨਾ ਬਣਾ ਕੇ ਟਾਲ ਦੇਈਏ। ਤਾਂ ਕਹਿਣ ਲੱਗੇ ਦੇਖੋ ਨਾਨਕ ਜੀ, ਅੱਗੇ ਉਸ ਸਥਾਨ 'ਤੇ ਮੱਕੇ ਜਾਣ ਦੇ ਵਾਸਤੇ ਅੱਗੇ ਇੱਕ ਟਿਕਾਣਾ ਆਉਂਦਾ, ਜਗ੍ਹਾ ਆਉਂਦੀ ਹੈ ਜਿੱਥੋਂ ਸਮੁੰਦਰੀ ਜਹਾਜ਼ਾਂ ਦੇ ਵਿੱਚ ਬੈਠ ਕੇ ਜਾਇਆ ਜਾਂਦਾ ਹੈ। ਉੱਥੇ ਜਿਹੜਾ ਕਲਮਾ ਪੜ੍ਹਦਾ ਹੈ ਉਹ ਸਮੁੰਦਰੀ ਜਹਾਜ਼ ਦੇ ਵਿੱਚ ਫੇਰ ਚੜ੍ਹਾਉਂਦੇ ਹਨ। ਹਿੰਦੂ ਕਦੇ ਕਲਮਾ ਪੜ੍ਹਦਾ ਨਹੀਂ ਤੇ ਹਿੰਦੂ ਕਦੇ ਉੱਥੇ ਜਾ ਨਹੀਂ ਸਕਦਾ ਹੈ। ਤਾਂ ਗੁਰੂ ਮਹਾਰਾਜਿਆਂ ਨੂੰ ਕਿਹਾ ਕਿ ਤੁਸੀਂ ਸਾਡੇ ਨਾਲ ਨਹੀਂ ਜਾ ਸਕਦੇ। ਸਤਿਗੁਰੂ ਕਹਿਣ ਲੱਗੇ ਬਈ ਇਨਸਾਨ ਇਸ ਦੁਨੀਆ ਦੇ ਵਿੱਚ ਵੀ ਇਕੱਲਾ ਹੀ ਆਇਆ ਹੈ, ਜਾਣ ਵੇਲੇ ਵੀ ਇਕੱਲਾ ਹੀ ਜਾਵੇਗਾ। ਬੰਦਗੀ ਕਰਨ ਦੇ ਵਾਸਤੇ ਆਇਆ, ਇੱਥੇ ਝਗੜੇ ਝਾਟਿਆਂ 'ਚ ਫਸ ਕੇ ਦੁਨੀਆ ਜੋਗਾ ਹੀ ਹੋ ਕੇ ਰਹਿ ਜਾਂਦਾ ਹੈ। ਤਾਂ ਸਭ ਨੇ ਉੱਥੇ ਰਾਤ ਬਤੀਤ ਕੀਤੀ। ਤਾਂ ਅਗਲੀ ਸੁਬਹ ਉਹ ਸਾਰੇ ਹਾਜੀ ਚੱਲ ਪੈਂਦੇ ਹਨ, ਚਲੇ ਜਾਂਦੇ ਹਨ। ਤਾਂ ਗੁਰੂ ਬਾਬਾ ਜੀ ਭਾਈ ਮਰਦਾਨੇ ਨੂੰ ਕਹਿਣ ਲੱਗੇ, ਭਾਈ ਮਰਦਾਨਾ, ਉਸ ਸਥਾਨ 'ਤੇ ਹਿੰਦੂਆਂ ਦੇ ਜਾਣ ਦੇ ਵਾਸਤੇ ਬੜੀ ਰੁਕਾਵਟ ਹੈ, ਬੜੇ ਪ੍ਰਤੀਬੰਧ ਹਨ। ਭਾਈ ਮਰਦਾਨੇ ਨੇ ਬੇਨਤੀ ਕੀਤੀ, ਮਹਾਰਾਜ ਜੇਕਰ ਆਪ ਜਾਣਾ ਚਾਹੁੰਦੇ ਹੋ, ਇਹ ਤੁਰਕ ਕਿਹਦੇ ਵਿਚਾਰੇ ਹਨ, ਇਹਨਾਂ ਦੀ ਕੀ ਸੱਤਿਆ ਹੈ, ਆਪ ਨੂੰ ਰੋਕ ਦੇਣ। ਤਾਂ ਸਤਿਗੁਰੂ ਪ੍ਰਸੰਨ ਹੋ ਕੇ ਕਹਿਣ ਲੱਗੇ, ਚੰਗਾ ਭਾਈ ਮਰਦਾਨੇ, ਤੂੰ ਰੱਬੀ ਬਾਣੀ ਦੇ ਸ਼ਬਦ ਸੁਣਾ, ਕੀਰਤਨ ਸੁਣਾ, ਤੈਨੂੰ ਮੱਕੇ ਪਹੁੰਚਾ ਦਿੰਦੇ ਹਾਂ। ਤਾਂ ਭਾਈ ਮਰਦਾਨੇ ਨੇ ਖੁਸ਼ ਹੋ ਕੇ ਕੀਰਤਨ ਆਰੰਭ ਕਰ ਦਿੱਤਾ। ਜਦ ਸ਼ਬਦ ਦਾ ਭੋਗ ਪਿਆ ਤਾਂ ਅੱਗੇ ਦੇਖਿਆ ਤਾਂ ਵੱਡੇ ਵੱਡੇ ਮੁਨਾਰੇ ਦਿਖਾਈ ਦੇ ਰਹੇ ਹਨ। ਤਾਂ ਪੁੱਛਣਾ ਕੀਤਾ ਗੁਰੂ ਬਾਬਾ ਜੀ ਨੂੰ, ਸੱਚੇ ਪਾਤਸ਼ਾਹ ਇਹ ਕਿਹੜੀ ਜਗ੍ਹਾ ਹੈ? ਸਤਿਗੁਰੂ ਕਹਿੰਦੇ, ਇਹ ਤੇਰੀ ਜ਼ਿਆਰਤ ਦੀ ਯਾਤਰਾ ਦੀ ਜਗ੍ਹਾ ਮੱਕਾ ਮਦੀਨਾ ਆ ਗਿਆ ਹੈ। ਭਾਈ ਮਰਦਾਨਾ ਪ੍ਰਸੰਨ ਹੋਇਆ। ਸਤਿਗੁਰੂ ਕਹਿਣ ਲੱਗੇ, ਜਾ ਕੇ ਤੂੰ ਹੁਣ ਯਾਤਰਾ ਕਰ ਲੈ। ਦੇਖਿਆ, ਦਰਸ਼ਨ ਕਰਿਆ। ਭਾਈ ਮਰਦਾਨਾ ਗਿਆ ਤੇ ਅੱਗੇ ਜੋ ਪੁਜਾਰੀ ਬੈਠੇ ਸਨ, ਮਝੌਰ ਬੈਠੇ ਸਨ, ਉਹ ਕਹਿਣ ਲੱਗੇ ਕਿ ਇਸ ਕਾਬੇ ਦੇ ਤੂੰ ਅੰਦਰ ਨਹੀਂ ਜਾ ਸਕਦਾ, ਇੱਥੇ ਹੀ ਜੋ ਤੂੰ ਆਪਣੀ ਪੂਜਾ ਪ੍ਰਤਿਸ਼ਠਾ ਕਰਨੀ ਹੈ, ਬੰਦਗੀ ਕਰਨੀ ਹੈ, ਇੱਥੇ ਹੀ ਕਰ ਲੈ, ਤੈਨੂੰ ਅੱਗੇ ਜਾਣ ਦਾ ਕੋਈ ਹੁਕਮ ਨਹੀਂ ਹੈ। ਭਾਈ ਮਰਦਾਨਾ ਕਹਿਣ ਲੱਗਿਆ, ਮੈਂ ਤੇ ਇੱਕ ਤੁਰਕ ਹਾਂ, ਮੁਸਲਮਾਨ ਹਾਂ, ਮੈਨੂੰ ਤੇ ਅੱਗੇ ਜਾਣ ਦੇਣਾ ਚਾਹੀਦਾ ਹੈ। ਤਾਂ ਉਸ ਟਾਈਮ ਉਹ ਕਹਿਣ ਲੱਗੇ ਕਿ ਦੇਖ ਅੱਗੇ ਮਨਾਹੀ ਹੈ, ਜੇਕਰ ਤੂੰ ਜਾਣਾ ਹੀ ਚਾਹੁੰਦਾ ਹੈ ਤੇ ਤੇਰੀਆਂ ਅਸੀਂ ਅੱਖਾਂ ਬੰਨ੍ਹ ਦਿੰਦੇ ਹਾਂ ਕੱਪੜੇ ਦੇ ਨਾਲ, ਤੇ ਫਿਰ ਤੂੰ ਅੱਗੇ ਅੰਦਰ ਚਲਿਆ ਜਾਵੀਂ, ਉੱਥੇ ਪਰਿਕਰਮਾ ਕਰਕੇ ਵਾਪਸ ਆ ਜਾਵੀਂ। ਭਾਈ ਮਰਦਾਨਾ ਉਦਾਸ ਹੋ ਕੇ ਗੁਰੂ ਬਾਬਾ ਜੀਆਂ ਦੇ ਪਾਸ ਪਹੁੰਚਿਆ। ਆ ਕੇ ਚਰਨਾਂ 'ਤੇ ਮੱਥਾ ਟੇਕ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਉਹ ਪੁਜਾਰੀ ਤੇ ਮੈਨੂੰ ਅੰਦਰ ਨਹੀਂ ਜਾਣ ਦਿੰਦੇ, ਤੇ ਉਹ ਤੇ ਕਹਿੰਦੇ ਜੇ ਅੰਦਰ ਜਾਣਾ ਹੈ ਤੇ ਤੇਰੀਆਂ ਅੱਖਾਂ ਬੰਨ੍ਹ ਦਿੰਦੇ ਹਾਂ ਨਿਗਾਹ, ਤੇ ਤੂੰ ਅੱਗੇ ਜਾ ਕੇ ਕੁਝ ਦੇਖ ਨਹੀਂ ਸਕਦਾ ਉੱਥੇ। ਤਾਂ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਜੇ ਆਪ ਜੀਆਂ ਦੇ ਨਾਲ ਆ ਕੇ ਵੀ ਮੈਂ ਖਾਲੀ ਮੁੜ ਗਿਆ, ਸਖਣਾ ਮੁੜ ਗਿਆ,
ਇਥੋਂ ਦੇ ਦਰਸ਼ਨ ਨਾ ਹੀ ਕਰ ਸਕਿਆ ਤਾਂ ਸੱਚੇ ਪਾਤਸ਼ਾਹ ਫਿਰ ਮੈਂ ਕਦੇ ਵੀ ਮੱਕੇ ਦੇ ਦਰਸ਼ਨ ਨਹੀਂ ਕਰਾਂਗਾ, ਕਾਬੇ ਦੇ ਦਰਸ਼ਨ ਨਹੀਂ ਕਰ ਸਕਾਂਗਾ। ਆਪ ਦੇ ਨਾਲ ਆ ਕੇ ਜੇਕਰ ਖਾਲੀ ਮੁੜ ਗਿਆ ਤੇ ਕੋਈ ਪੀਰ ਪੈਗੰਬਰ ਮੈਨੂੰ ਇਹਦੇ ਦਰਸ਼ਨ ਨਹੀਂ ਕਰਾ ਸਕੇਗਾ। ਤਾਂ ਸਤਿਗੁਰੂ ਕਹਿਣ ਲੱਗੇ ਪ੍ਰਸੰਨ ਹੋ ਕੇ, ਕਹਿੰਦੇ ਜਾ ਭਾਈ ਮਰਦਾਨੇ ਹੁਣ ਜਾ, ਹੁਣ ਜਾਵੇਂਗਾ ਤੇ ਉਹ ਨਿਰੰਕਾਰ ਨੇ ਤੇਰੇ ਤੇ ਬੜੀ ਰਹਿਮਤ ਕਰਨੀ ਹੈ, ਕਿਰਪਾ ਕਰਨੀ ਹੈ ਤੇ ਤੂੰ ਉਹਨਾਂ ਪੁਜਾਰੀਆਂ ਨੂੰ ਮਝੌਰਾਂ ਨੂੰ ਦਿਖਾਈ ਨਹੀਂ ਦੇਵੇਂਗਾ, ਤੂੰ ਸਭ ਨੂੰ ਦੇਖੇਂਗਾ, ਤੈਨੂੰ ਕੋਈ ਵੀ ਦੇਖ ਨਹੀਂ ਸਕੇਗਾ। ਤੇ ਭਾਈ ਮਰਦਾਨਾ ਬੜਾ ਖੁਸ਼ ਹੋ ਕੇ ਗਿਆ, ਅੱਗੇ ਚਲਿਆ ਗਿਆ। ਉਹ ਪੁਜਾਰੀਆਂ ਨੂੰ ਵੀ ਬੈਠਿਆ ਦੇਖਿਆ ਪਰ ਭਾਈ ਮਰਦਾਨੇ ਨੂੰ ਕਿਸੇ ਨੇ ਨਾ ਦੇਖਿਆ। ਅੱਗੇ ਜਾ ਕੇ ਕੀ ਦੇਖਿਆ, ਉਸ ਕਾਬੇ ਦੇ ਅੰਦਰ ਚਲਿਆ ਗਿਆ ਭਾਈ ਮਰਦਾਨਾ ਤਾਂ ਉਸ ਸਥਾਨ 'ਤੇ ਦੇਖਿਆ ਕਿ ਇੱਕ ਬਹੁਤ ਵੱਡਾ ਪੱਥਰ ਰੱਖਿਆ ਹੋਇਆ ਹੈ। ਭਾਈ ਮਰਦਾਨਾ ਦੇਖ ਕੇ ਬੜਾ ਹੈਰਾਨ ਹੋਇਆ ਕਿ ਇਸ ਸਥਾਨ ਦੀ ਬੜੀ ਮਹਾਨਤਾ ਸੁਣੀ ਸੀ, ਤੁਰਕਾਂ ਦੇ ਵਿੱਚ ਬੜੀ ਸਿਫਤ ਸੁਣੀ ਸੀ ਔਰ ਇੱਥੇ ਤੇ ਕਿ ਪੱਥਰ ਰੱਖਿਆ ਹੋਇਆ ਹੈ। ਵਾਪਸ ਗੁਰੂ ਬਾਬਾ ਜੀਆਂ ਦੇ ਪਾਸ ਆਇਆ, ਬੜੇ ਸਵਾਲ ਜਵਾਬ ਗੁਰੂ ਮਹਾਰਾਜ ਜੀਆਂ ਦੇ ਪਾਸ ਬੇਨਤੀ ਕਰਕੇ ਕੀਤੇ, ਪੁੱਛਣਾ ਕੀਤੇ। ਸਾਰਾ ਦਿਨ ਇਉਂ ਬਤੀਤ ਹੋਇਆ, ਰਾਤ ਦਾ ਸਮਾਂ ਹੋਇਆ ਤਾਂ ਜਿੱਥੇ ਸਾਰੇ ਕਾਜੀ ਮੁਲਾਨੇ ਹਾਜੀ ਰਾਤ ਦੇ ਸਮੇਂ ਆਰਾਮ ਕਰਦੇ ਸੀ, ਉੱਥੇ ਗੁਰੂ ਬਾਬਾ ਜੀ ਵੀ ਭਾਈ ਵਾਲੇ ਮਰਦਾਨੇ ਦੇ ਸਮੇਤ ਆਰਾਮ ਕਰਨ ਦੇ ਵਾਸਤੇ ਲੇਟ ਜਾਂਦੀ ਹੈ। ਸਵੇਰ ਦੀ ਪਹਿਲੀ ਨਮਾਜ਼ ਪੜ੍ਹਨ ਦੇ ਵਾਸਤੇ ਜੀਵਨ ਨਾਮ ਕਰਕੇ ਕਾਜੀ ਆਇਆ। ਉਸ ਕਾਜੀ ਨੇ ਆਉਣ ਸਾਰ ਕੀ ਦੇਖਿਆ ਕਿ ਜਿੱਥੇ ਬਹੁਤ ਸਾਰੇ ਕਾਜੀ ਮੁਲਾਨੇ, ਬਹੁਤ ਸਾਰੇ ਹਾਜੀ ਪਏ ਹੋਏ ਹਨ ਨਾ, ਆਰਾਮ ਕਰਦੇ ਹਨ, ਉਥੇ ਇੱਕ ਮੁਸਾਫਰ ਇਹੋ ਜਿਹੇ ਹਨ ਜਿਹੜੇ ਕਾਬੇ ਦੇ ਵੱਲ ਆਪਣੇ ਚਰਨ ਕਰਕੇ, ਪੈਰ ਕਰਕੇ ਪਏ ਹੋਏ ਹੈ। ਦੇਖ ਕੇ ਉਹ ਜੀਵਨ ਨਾਮ ਦਾ ਕਾਜੀ ਬੜਾ ਕ੍ਰੋਧਵਾਨ ਹੋਇਆ, ਉੱਚੀ ਉੱਚੀ ਬੋਲ ਕਬੋਲ ਬੋਲਣ ਲੱਗਾ। ਉਹ ਕਹਿਣ ਲੱਗਿਆ ਤੁਸੀਂ ਕੌਣ ਹੋ, ਇੱਥੇ ਖੁਦਾ ਦੇ ਘਰ ਦੇ ਵੱਲ ਆਪਣੇ ਪੈਰ ਕਰਕੇ ਪਏ ਹੋਏ ਹੋ ਔਰ ਤੁਹਾਨੂੰ ਇੰਨਾ ਵੀ ਪਤਾ ਨਹੀਂ ਹੈ। ਤੇ ਕ੍ਰੋਧ ਦੇ ਵਿੱਚ ਆ ਕੇ ਗੁਰੂ ਬਾਬਾ ਜੀਆਂ ਦੇ ਇਸ ਨੇ ਲੱਤ ਮਾਰੀ ਅਤੇ ਇਸ ਤਰ੍ਹਾਂ ਦੇ ਬੋਲ ਕਬੋਲ ਬੋਲਣ ਲੱਗਿਆ ਕਿ ਦੇਖੋ ਤੁਸੀਂ ਜੇਕਰ ਇਸ ਖੁਦਾ ਦੇ ਘਰ ਦੀ ਅੱਗੇ ਤੁਹਾਨੂੰ ਇਸ ਦੀ ਵਡਿਆਈ ਦੇ ਬਾਰੇ ਪਤਾ ਨਹੀਂ ਹੈ, ਇੱਥੋਂ ਦੀ ਨੀਤੀ ਦੇ, ਇੱਥੋਂ ਦੇ ਅਸੂਲਾਂ ਦੇ ਬਾਰੇ ਪਤਾ ਨਹੀਂ ਹੈ ਔਰ ਇਸ ਖੁਦਾ ਦੇ ਘਰ ਦੇ ਅੱਗੇ ਤੁਸੀਂ ਇਸ ਤਰ੍ਹਾਂ ਇਹਨਾਂ ਦੇ ਬਾਰੇ ਨਹੀਂ ਜਾਣਦੇ ਹੋ ਤੇ ਤੁਸੀਂ ਇੱਥੇ ਆਉਣਾ ਹੀ ਕਾਹਦੇ ਵਾਸਤੇ ਸੀ। ਔਰ ਇਸ ਤਰ੍ਹਾਂ ਜੀਵਨ ਨਾਮ ਕਰਕੇ ਕਾਜੀ ਗੁਰੂ ਬਾਬਾ ਜੀਆਂ ਦੇ ਪਾਸ ਬਾਰ-ਬਾਰ ਇਸ ਤਰ੍ਹਾਂ ਦੀਆਂ ਵਿਚਾਰਾਂ ਗੱਲਾਂ ਕਹਿੰਦਾ ਹੈ। ਇਤਿਆਦਿਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਹਨ, ਆਲਸ ਤੋਂ ਰਹਿਤ ਹੋ ਕੇ ਪ੍ਰੇਮ ਦੇ ਨਾਲ ਸਰਵਣ ਕਰੋ, ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਕਿ ਤੂੰ ਤੇ ਆਏ ਕੋਹੇ ਮਤ ਅਨਜਾਨ ਤੇਰੀ। ਤਾਂ ਜੀਵਨ ਨਾਮ ਕਰਕੇ ਕਾਜੀ ਗੁਰੂ ਬਾਬਾ ਜੀਆਂ ਨੂੰ ਬੋਲ ਕਬੋਲ ਬੋਲਦਾ ਹੋਇਆ ਕਹਿਣ ਲੱਗਿਆ ਤੁਸੀਂ ਕਿਹੜੇ ਦੇਸ਼ ਤੋਂ ਚੱਲ ਕੇ ਆਏ ਹੋ, ਕਿੱਥੋਂ ਚੱਲ ਕੇ ਆਏ ਹੋ, ਤੁਸੀਂ ਬੜੇ ਅਣਜਾਣ ਮੈਨੂੰ ਪ੍ਰਤੀਤ ਹੁੰਦੇ ਹੋ। ਮੰਦਰ ਰਸੂਲ ਦਿਸ ਚਰਨ ਪਸਾਰੇ ਹੈ। ਅਰ ਰਸੂਲ ਪੈਗੰਬਰ ਦੇ ਮੰਦਰ ਦੇ ਵੱਲ, ਕਾਬੇ ਦੇ ਵੱਲ ਤੁਸੀਂ ਆਪਣੇ ਪੈਰ ਕੀਤੇ ਹਨ। ਕੌਣ ਹੈ ਇਮਾਨ ਤੇਰੋ, ਹਿੰਦੂ ਕੇ ਤੁਰਕ ਟੇਰੋ। ਫਿਰ ਕ੍ਰੋਧ ਦੇ ਵਿੱਚ ਆਇਆ ਹੋਇਆ ਕਹਿਣ ਲੱਗਿਆ ਤੇਰਾ ਕਿਹੜਾ ਧਰਮ ਹੈ, ਤੇਰੇ ਲਿਬਾਸ ਤੋਂ ਤੇ ਕੋਈ ਪਤਾ ਨਹੀਂ ਲੱਗਦਾ ਕਿ ਹਿੰਦੂ ਹੈ ਜਾਂ ਮੁਸਲਮਾਨ ਹੈ। ਤੂੰ ਬੋਲ ਕੇ ਦੱਸ ਕਿਹੜਾ ਤੇਰਾ ਈਮਾਨ ਕਿਹੜਾ ਹੈ, ਹਿੰਦੂ ਜਾਂ ਮੁਸਲਮਾਨ ਧਰਮ ਨੂੰ ਮੰਨਦੇ ਹੋ। ਉੱਠ ਕੇ ਨਿਕਸ ਦਿਨ ਤੋਏ ਦੁਖ ਵਾਰੇ ਹੈ। ਫਿਰ ਕਹਿਣ ਲੱਗਿਆ ਕਿ ਤੁਸੀਂ ਐਂ ਕਰੋ, ਇਸ ਸਥਾਨ ਤੋਂ ਉੱਠੋ ਔਰ ਬਾਹਰ ਚਲੇ ਜਾਵੋ। ਮੈਨੂੰ ਤੇ ਇਉਂ ਪ੍ਰਤੀਤ ਹੋ ਰਿਹਾ ਹੈ ਕਿ ਅੱਗੇ ਤੁਹਾਡੇ ਬੜੇ ਦੁੱਖਾਂ ਦੇ ਕਸ਼ਟਾਂ ਦੇ ਦਿਨ ਆ ਰਹੇ ਹਨ। ਐਸੇ ਥਾਨ ਕੌਣ ਕਾਜ ਆਇਓ ਤੇ ਨਿਲਾਜ ਦੌਰ। ਗੁਰੂ ਬਾਬਾ ਜੀ ਨੂੰ ਕਹਿਣ ਲੱਗਿਆ ਕਿ ਇਸ ਸਥਾਨ ਤੇ, ਪਵਿੱਤਰ ਸਥਾਨ ਤੇ, ਸ਼ੁਭ ਸਥਾਨ ਤੇ ਤੁਸੀਂ ਕਿਸ ਤਰ੍ਹਾਂ ਆਏ ਹੋ। ਜਾਨੀ ਨਾ ਸਿਫਤ ਜੋ ਮੁਹੰਮਦ ਵਿਸਾਰੇ ਹੈ। ਮੁਹੰਮਦ ਸਾਹਿਬ ਦੀ ਸਿਫਤ ਨਹੀਂ ਜਾਣੀ, ਖੁਦਾ ਦੀ ਸਿਫਤ, ਖੁਦਾ ਦੇ ਘਰ ਦੇ ਬਾਰੇ ਤੁਹਾਨੂੰ ਕੋਈ ਪਤਾ ਨਹੀਂ ਹੈ। ਸਰੋਨ ਸੁਨ ਬੈਨ ਗੁਣ ਐਨ ਗਤ ਦੈਨ ਬੋਲੇ। ਜਦ ਗੁਰੂ ਬਾਬਾ ਜੀ ਨੇ ਐਸੇ ਬੋਲ ਕਬੋਲ ਉਸ ਜੀਵਨ ਨਾਮ ਕਰਕੇ ਕਾਜੀ ਦੇ ਸੁਣੇ
ਤੇ ਆਪਣੇ ਵੱਲੋਂ ਸਤਿਗੁਰੂ ਮਹਾਰਾਜ ਬਚਨ ਕਰਦੇ ਹਨ। ਚਲਤ ਚਲਤ ਮਗ ਪਗ ਹਮ ਹਾਰੇ ਹੈ। ਸਤਿਗੁਰੂ ਕਹਿਣ ਲੱਗੇ ਕਾਜੀ ਸਾਹਿਬ ਅਸੀਂ ਬੜੀ ਦੂਰ ਤੋਂ ਚੱਲ ਕੇ ਆਏ ਹਾਂ। ਚੱਲਦੇ ਚੱਲਦੇ ਰਾਹ ਦੇ ਵਿੱਚ ਬੜੀ ਥਕਾਵਟ ਦੇ ਵਿਸਹਿਤ ਹੋਏ ਔਰ ਬੜੇ ਥੱਕੇ ਹੋਏ ਸੀ। ਕਵਿਤ ਚੱਲੇ ਪੰਥ ਪਇਓ ਸ਼ਰਮ ਥਾਕ ਪੈ ਬੇਬਲ। ਅਸੀਂ ਬੜਾ ਰਸਤਾ ਤੈਅ ਕਰਕੇ ਆਏ ਹਾਂ। ਚੱਲਦੇ ਚੱਲਦੇ ਥੱਕ ਗਏ, ਬੜੇ ਵਿਆਕੁਲ ਹੋ ਗਏ ਔਰ ਸਾਨੂੰ ਤੇ ਪਤਾ ਹੀ ਨਹੀਂ ਚੱਲਿਆ। ਕਉ ਸੁਧ ਰਹੀ ਨੇ ਪੈਰ ਕਿਤ ਕੀਜੀਏ। ਸਾਨੂੰ ਤੇ ਥੱਕਿਆਂ ਹੋਇਆਂ ਨੂੰ, ਵਿਆਕੁਲ ਹੋਇਆਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਚੱਲਿਆ ਕਿ ਕਿਹੜੇ ਪਾਸੇ ਪੈਰ ਕਰਕੇ ਪੈਣੇ ਹਨ ਤੇ ਕਿਹੜੇ ਪਾਸੇ ਨਹੀਂ ਕਰਨੇ। ਪਾਇਓ ਅਨਜਾਨ ਦੋਸ਼ ਯਾਤੇ ਕੀਜੇ ਥੋਰੋ ਰੋਸ। ਸਤਿਗੁਰੂ ਕਹਿਣ ਲੱਗੇ ਕਿ ਸਾਨੂੰ ਇਸ ਗੱਲ ਦੇ ਬਾਰੇ ਪਤਾ ਨਹੀਂ ਚੱਲਿਆ, ਅਸੀਂ ਦੂਰੋਂ ਸਫ਼ਰ ਕਰਕੇ ਆਏ ਹੋਏ ਹਾਂ। ਤਾਂ ਤੇ ਕਹਿਣ ਲੱਗੇ ਤੂੰ ਆਪਣੇ ਕ੍ਰੋਧ ਨੂੰ ਥੋੜਾ ਘੱਟ ਕਰ। ਐਸੋ ਅਬ ਕੀਜੇ ਮਮ ਚਰਨ ਗਈ ਜੀਏ। ਫਿਰ ਸਤਿਗੁਰੂ ਕਹਿਣ ਲੱਗੇ ਕਿ ਕਾਜੀ ਸਾਹਿਬ ਇਉਂ ਕਰੋ ਕਿ ਦੇਖੋ ਹੁਣ ਤੁਸੀਂ ਇਉਂ ਕਰੋ, ਅਸੀਂ ਥੱਕੇ ਹੋਏ ਹਾਂ, ਬੜੀ ਦੂਰ ਤੋਂ ਚੱਲ ਕੇ ਆਏ ਹਾਂ। ਹੁਣ ਸਾਡੇ ਪੈਰਾਂ ਨੂੰ ਪਕੜ ਕੇ, ਚਰਨਾਂ ਨੂੰ ਪਕੜ ਕੇ ਦੂਸਰੀ ਸਾਈਡ ਉਧਰ ਕਰ ਦੇਵੋ ਜਿੱਧਰ ਖੁਦਾ ਦਾ ਘਰ ਨਹੀਂ ਹੈ। ਉਠਨੇ ਕੋ ਜੋਰ ਨਾ ਹੈ ਯਾਤੇ ਕੋ ਤੁਝ ਪਾਏ। ਅਸੀਂ ਥਕਾਵਟ ਦੇ ਸਹਿਤ ਹੋਣ ਦੇ ਕਾਰਨ ਸਾਡੇ ਵਿੱਚ ਇਹ ਬਲ ਨਹੀਂ, ਜ਼ੋਰ ਨਹੀਂ ਹੈ ਹੁਣ ਉੱਠਣ ਦੇ ਵਾਸਤੇ। ਤੇ ਤੁਸੀਂ ਇਉਂ ਕਰੋ ਕਿ ਸਾਡੇ ਪੈਰਾਂ ਨੂੰ ਪਕੜ ਕੇ ਉਸ ਸਾਈਡ ਕਰ ਦਿਓ ਜਿੱਧਰ ਖੁਦਾ ਦਾ ਘਰ ਨਹੀਂ ਹੈ। ਐਚੋ ਨਿਜ ਹਾਥ ਸੰਗ ਔਰੇ ਦਿਸ ਕੀਜੀਏ। ਔਰ ਤੁਸੀਂ ਆਪਣੇ ਹੱਥਾਂ ਦੇ ਨਾਲ ਪਕੜ ਕੇ ਦੂਸਰੀ ਸਾਈਡ ਤੇ ਸਾਡੇ ਚਰਨ ਕਰ ਦੇਵੋ। ਆਏ ਪਰਦੇਸੀ ਨੇ ਜਾਣੇ ਹਮ ਬਾਤ ਐਸੀ। ਅਸੀਂ ਪਰਦੇਸੀ ਹਾਂ, ਦੂਰ ਤੋਂ ਚੱਲ ਕੇ ਆਏ ਹਾਂ, ਸਾਨੂੰ ਇਸ ਗੱਲ ਦੇ ਬਾਰੇ ਪਤਾ ਨਹੀਂ ਸੀ। ਜੈਸੀ ਭਾਵੇ ਤੈਸੀ ਕਰ ਚਿਤ ਮੇ ਨਾ ਖੀਜੀਏ। ਸਤਿਗੁਰੂ ਕਹਿਣ ਲੱਗੇ ਮਨ ਦੇ ਵਿੱਚ ਇੰਨਾ ਖਿਜੋ ਨਾ, ਜਿਸ ਤਰ੍ਹਾਂ ਤੁਹਾਨੂੰ ਚੰਗਾ ਲੱਗੇ ਉਸੇ ਤਰ੍ਹਾਂ ਸਾਡੇ ਚਰਨ ਦੂਸਰੇ ਪਾਸੇ ਕਰ ਦੇਵੋ। ਦੋਹਰਾ ਜਿਤ ਦਿਸ ਨਹੀਂ ਖੁਦਾਏ ਕਰ ਤੇ ਜਾਣਿਓ ਮਨ ਮਾਹੇ। ਸਤਿਗੁਰੂ ਇਹ ਬਚਨ ਬਾਰ-ਬਾਰ ਕਹਿੰਦੇ ਹਨ ਕਾਜੀ ਨੂੰ ਕਿ ਦੇਖੋ ਜਿਸ ਪਾਸੇ ਖੁਦਾ ਦਾ ਘਰ ਨਹੀਂ ਹੈ ਨਾ, ਸਾਡੇ ਪੈਰ ਉਧਰਲੇ ਪਾਸੇ ਕਰ ਦੇਵੋ। ਕਰੋ ਮੁਲਾ ਨੇ ਤਿਤ ਦਿਸ਼ਾ ਵਰਜਿਤ ਤੁਝ ਕੋ ਨਾਹੇ। ਔਰ ਤੁਹਾਨੂੰ ਕੋਈ ਵੀ ਰੋਕੇਗਾ ਨਹੀਂ, ਤੁਸੀਂ ਆਪਣੇ ਹੱਥਾਂ ਨਾਲ ਪਕੜੋ ਚਰਨਾਂ ਨੂੰ ਔਰ ਦੂਸਰੀ ਸਾਈਡ ਕਰ ਦੇਵੋ। ਕਬਿਤ ਮੁਲਾ ਰਿਸ ਕੀਨੀ ਗੈ ਲੀਨੋ ਹੈ ਚਰਨ ਗੁਰ। ਤਾਂ ਉਸੇ ਟਾਈਮ ਉਸ ਮੁਲਾਨੇ ਨੇ ਮਨ ਦੇ ਵਿੱਚ ਹੋਰ ਵੀ ਬੜੀ ਰਿਸ ਕੀਤੀ, ਬੜੀ ਨਾਰਾਜ਼ਗੀ ਕੀਤੀ। ਤਾਂ ਗੁਰੂ ਮਹਾਰਾਜ ਜੀਆਂ ਦੇ ਚਰਨ ਪਕੜੇ ਹਨ। ਬਲ ਸੋ ਕਸੀਟ ਔਰ ਦਿਸ਼ਾ ਪਰ ਮਾਏ ਹੈ। ਆਪਣੇ ਹੱਥਾਂ ਨਾਲ ਜ਼ੋਰ ਨਾਲ ਪਕੜ ਕੇ ਸਤਿਗੁਰਾਂ ਦੇ ਚਰਨ ਔਰ ਦੂਸਰੇ ਪਾਸੇ ਘੁਮਾ ਦਿੰਦਾ ਹੈ। ਕਾਵ ਸੰਗ ਚਲਿਓ ਨੀਰ ਨੋਕਾ ਜਿਮ ਹਲਿਓ। ਤਾਂ ਉਸੇ ਟਾਈਮ ਕੀ ਖੇਲ ਵਰਤੀ ਕਿ ਗੁਰੂ ਮਹਾਰਾਜ ਜੀਆਂ ਦੇ ਚਰਨ ਜਿਹੜੇ ਪਾਸੇ ਘੁਮਾ ਕੇ ਇਸਨੇ ਕੀਤੇ ਔਰ ਇਹ ਜੋ ਕਾਬਾ ਬਣਿਆ ਹੋਇਆ ਸੀ ਨਾ, ਤੇ ਉਸੇ ਟਾਈਮ ਗੁਰੂ ਮਹਾਰਾਜ ਜੀਆਂ ਦੇ ਚਰਨਾਂ ਦੇ ਸਮੇਤ ਚਰਨਾਂ ਦੇ ਨਾਲ ਹੀ ਉਧਰਲੇ ਪਾਸੇ ਘੁੰਮ ਜਾਂਦਾ ਹੈ। ਕਿਵੇਂ ਘੁੰਮ ਜਾਂਦਾ ਹੈ? ਜਿਵੇਂ ਇੱਕ ਦਰਿਆ ਦੇ ਵਿੱਚ, ਕਿਸੇ ਦਰਿਆ ਦੇ ਵਿੱਚ ਕੋਈ ਕਿਸ਼ਤੀ ਹੋਵੇ, ਕਿਸ਼ਤੀ ਨੂੰ ਪਕੜ ਕੇ ਦੂਸਰੀ ਪਾਸੇ ਘੁਮਾਇਆ ਜਾਵੇ, ਉਹ ਘੁੰਮ ਜਾਂਦੀ ਹੈ। ਤੇ ਇਸੇ ਤਰ੍ਹਾਂ ਸਤਿਗੁਰਾਂ ਦੇ ਚਰਨ ਪੜ ਕੇ ਦੂਸਰੇ ਪਾਸੇ ਘੁਮਾਏ ਕਿ ਉਹ ਕਾਬਾ ਵੀ ਉਸੇ ਤਰ੍ਹਾਂ ਨਾਲ ਹੀ ਘੁੰਮ ਜਾਂਦਾ ਹੈ। ਤਬ ਪਾਇਓ ਥਿਰ ਜਾਏ ਜਿਦ ਚਰਨ ਸੁਹਾਏ ਹੈ। ਤਾਂ ਦੂਸਰੇ ਪਾਸੇ ਇਹ ਕਾਜੀ ਨੇ ਦੇਖਣਾ ਕੀਤਾ ਕਿ ਇਹ ਕੀ ਖੇਲ ਵਰਤੀ। ਤਾਂ ਸਤਿਗੁਰਾਂ ਦੇ ਚਰਨ ਤੀਸਰੇ ਪਾਸੇ ਘੁਮਾ ਕੇ ਕਰ ਦਿੱਤੇ। ਹਟਿਓ ਜਬ ਦੇਖਿਓ ਜਿਤ ਭਗਤ ਤਿਦ ਕਾਬਾ ਗਇਓ। ਤਾਂ ਜਦ ਤੀਸਰੇ ਪਾਸੇ ਚਰਨ ਘੁਮਾਏ ਤਾਂ ਉਸ ਟਾਈਮ ਜਦ ਇਹ ਹਟਿਆ ਤੇ ਦੇਖਣਾ ਕੀਤਾ ਤੇ ਉਹ ਕਾਬਾ ਹੁਣ ਤੀਸਰੇ ਪਾਸੇ ਘੁੰਮ ਕੇ ਫਿਰ ਵੀ ਉਧਰ ਹੀ ਹੈ ਜਿੱਧਰ ਸਤਿਗੁਰਾਂ ਦੇ ਚਰਨ ਹਨ। ਮੂਡ ਮਤ ਬਿਸਮ ਨਾ ਕਛੂ ਜਾਣ ਪਾਏ ਹੈ। ਤਾਂ ਜੀਵਨ ਨਾਮ ਕਰਕੇ ਕਾਜੀ ਇਹ ਕੁਝ ਵੀ ਸਮਝ ਨਹੀਂ ਸਕਿਆ, ਇਸ ਦੀ ਮੱਤ ਹਾਰ ਗਈ। ਬੜਾ ਹੈਰਾਨ ਹੋਇਆ ਕਿ ਇਹ ਕੀ ਖੇਲ ਵਰਤੀ, ਇਹ ਕੀ ਕੌਤਕ ਵਰਤਿਆ। ਅੱਜ ਤੱਕ ਤੇ ਮੈਂ ਐਸੀ ਗੱਲ ਕਦੇ ਦੇਖੀ ਨਹੀਂ ਹੈ ਕਿ ਇਹਨਾਂ ਦੇ ਚਰਨ ਜਿਹੜੇ ਪਾਸੇ ਕਰ ਦਿੱਤੇ ਕਾਬਾ ਉਸੇ ਪਾਸੇ ਘੁੰਮ ਕੇ ਹੋ ਗਿਆ। ਹਾਥ ਵਿਕੇ ਪਾਏ ਜੋ ਜੋ ਹੋਤ ਸੋ ਡੁਲਾਏ ਮਾਨ। ਤਾਂ ਕਾਜੀ ਹੁਣ ਜਿੱਧਰ ਜਿੱਧਰ ਸਤਿਗੁਰਾਂ ਦੇ ਚਰਨ ਕਰਦਾ ਹੈ
ਕਾਬਾ ਉਸੇ ਪਾਸੇ ਹੱਲ ਕੇ ਹੋ ਜਾਂਦਾ ਹੈ। ਤਿਉ ਤਿਉ ਧੋਲ ਸੰਗ ਸੋ ਮੁਨਾਰਨ ਡੁਲਾਏ ਹੈ। ਤਾਂ ਉਸ ਕਾਬੇ ਦੇ ਮੁਨਾਰੇ ਉਸੇ ਤਰ੍ਹਾਂ ਉਧਰਲੇ ਪਾਸੇ ਡੋਲਦੇ ਉਧਰਲੇ ਪਾਸੇ ਹੋ ਜਾਂਦੇ ਹਨ। ਸਵਈਆ ਲਜਦ ਹੋਏ ਗਇਓ ਤਵ ਜੀਵਨ। ਤਾਂ ਜੀਵਨ ਨਾਮ ਕਰਕੇ ਕਾਜੀ ਇਹ ਬੜਾ ਸ਼ਰਮਸ਼ਾਰ ਵੀ ਹੋਇਆ, ਬੜਾ ਹੈਰਾਨ ਵੀ ਹੋਇਆ ਕਿ ਇਹ ਕੀ ਖੇਲ ਵਰਤੀ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਜਿੱਥੇ ਗੁਰੂ ਮਹਾਰਾਜ ਜੀ ਜਾ ਕੇ ਆਰਾਮ ਕਰਦੇ ਸਨ, ਜਾਂ ਬਾਬਾ ਸੁੱਤਾ ਰਾਤ ਨੂੰ ਬਲ ਮਹਿਰਾਬੇ ਪਾਏ ਪਸਾਰੀ। ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ। ਲੱਤਾਂ ਬਲ ਖੁਦਾਏ ਦੇ ਕਿਉਂ ਕਰ ਪਿਆ ਹੋਏ ਬਜਗਾਰੀ। ਟੰਗੋ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ। ਹੋਏ ਹੈਰਾਨ ਕਰੇਨ ਜੋਹਾਰੀ। ਤਾਂ ਗੁਰੂ ਮਹਾਰਾਜ ਜੀਆਂ ਦੇ ਚਰਨਾਂ ਦੇ ਨਾਲ ਹੀ ਮੱਕਾ ਫਿਰ ਗਿਆ। ਇਹ ਉਦਾਹਰਨ, ਇਹ ਮਿਸਾਲ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਆਪਣੀਆਂ ਬਾਰਾਂ ਦੇ ਵਿੱਚ ਦਿੰਦੇ ਹਨ। ਹੁਣ ਬਹੁਤ ਸਾਰੇ ਤਰਕਵਾਦੀ ਇਸ ਗੱਲ 'ਤੇ ਵੀ ਤਰਕ ਕਰਦੇ ਹਨ ਕਿ ਦੇਖੋ ਮੱਕਾ ਕਿਸੇ ਵੀ ਤਰ੍ਹਾਂ ਹਲ ਨਹੀਂ ਸਕਦਾ, ਘੁੰਮ ਨਹੀਂ ਸਕਦਾ, ਤੇ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰਦੇ ਹਨ। ਬਹੁਤ ਸਾਰੇ ਮੁਸਲਮਾਨ ਵੀਰ ਵੀ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰਦੇ ਹਨ। ਉਹ ਕਹਿੰਦੇ ਕਿ ਨਹੀਂ, ਐਸੀ ਖੇਲ ਐਸੀ ਕਲਾ ਨਹੀਂ ਵਰਤੀ ਕਿ ਮੱਕਾ ਕਿਸੇ ਵੀ ਤਰ੍ਹਾਂ ਘੁੰਮਿਆ ਨਹੀਂ ਹੈ। ਪਰ ਵੱਡੇ ਵੱਡੇ ਮਹਾਂਪੁਰਖ, ਤੱਤਵੇਤੇ ਮਹਾਂਪੁਰਖ, ਬ੍ਰਹਮ ਗਿਆਨੀ, ਉਹ ਵੀ ਗੁਰੂ ਮਹਾਰਾਜ ਜੀਆਂ ਦਾ ਇਤਿਹਾਸ ਇਸੇ ਤਰ੍ਹਾਂ ਦੱਸਦੇ ਹਨ ਕਿ ਸਤਿਗੁਰਾਂ ਦੇ ਚਰਨਾਂ ਦੇ ਨਾਲ ਹੀ ਮੱਕਾ ਘੁੰਮ ਗਿਆ। ਭਾਈ ਸਾਹਿਬ ਭਾਈ ਗੁਰਦਾਸ ਜੀਆਂ ਨੇ ਵੀ ਲਿਖਣਾ ਕੀਤਾ, ਟੰਗੋ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ। ਤੇ ਹੁਣ ਇਸ ਤਰ੍ਹਾਂ ਦੀ ਜਦ ਮੱਕੇ ਦਾ ਘੁੰਮਣਾ, ਇਹ ਮੁਸਲਮਾਨ ਵੀਰ ਬਹੁਤ ਸਾਰੇ ਨਹੀਂ ਮੰਨਦੇ, ਵਿੱਚੋਂ ਮੰਨਣ ਵਾਲੇ ਵੀ ਹਨ ਜਿਹੜੇ ਮੰਨਦੇ ਹਨ ਕਿ ਸਤਿਗੁਰੂ ਸਰਬ ਕਲਾ ਸਮਰੱਥ ਸਨ, ਜੋ ਚਾਹਣ ਉਹੀ ਖੇਲ ਵਰਤਾ ਸਕਦੇ ਸਨ। ਇਸ ਦੇ ਵਿੱਚ ਦੋ ਵਾਰਤਾ, ਦੋ ਗੱਲਾਂ ਪਾਈਆਂ ਜਾਂਦੀਆਂ ਹਨ। ਇੱਕ ਤੇ ਸਤਿਗੁਰੂ ਮਹਾਰਾਜ ਇਹ ਦਿਖਾਉਣਾ ਚਾਹੁੰਦੇ ਸਨ ਕਿ ਦੇਖੋ ਉਹ ਅੱਲਾਹ ਤਾਲਾ, ਉਹ ਗੁਰੂ ਪਰਮੇਸ਼ਵਰ ਹਰ ਜਗ੍ਹਾ ਹੈ, ਹਰ ਪਾਸੇ ਵਿਆਪਕ ਹੈ। ਕੋਈ ਵੀ ਜਗ੍ਹਾ ਐਸੀ ਨਹੀਂ ਹੈ ਜੋ ਉਸ ਗੁਰੂ ਤੋਂ, ਪਰਮੇਸ਼ਵਰ ਤੋਂ ਖਾਲੀ ਹੋਵੇ। ਫਿਰ ਜੋ ਇਸ ਵਾਰਤਾ ਦੇ ਉੱਪਰ ਤਰਕ ਕਰਦੇ ਹਨ, ਬਹੁਤ ਸਾਰੇ ਮੁਸਲਮਾਨੀ ਮਤ ਦੀਆਂ, ਇਸਲਾਮ ਮਤ ਦੀਆਂ ਐਸੀਆਂ ਕਿਤਾਬਾਂ ਹਨ, ਐਸੇ ਗ੍ਰੰਥ ਹਨ ਜਿਨ੍ਹਾਂ ਦੇ ਵਿੱਚੋਂ ਮੱਕੇ ਦਾ ਇੱਧਰ ਉੱਧਰ ਹਿੱਲਣਾ ਜੁਲਣਾ ਇਹ ਪਹਿਲਾਂ ਤੋਂ ਵੀ ਲਿਖਿਆ ਹੋਇਆ ਹੈ। ਪਹਿਲਾਂ ਵੀ ਕਈ ਵਾਰ ਐਸੀ ਵਾਰਤਾ ਹੋ ਚੁੱਕੀ ਕਿ ਮੱਕੇ ਦਾ ਇੱਧਰ ਉੱਧਰ ਹਿੱਲਣਾ ਇਹ ਇਸਲਾਮ ਮਤ ਦੀਆਂ ਕਿਤਾਬਾਂ ਦੇ ਵਿੱਚ, ਗ੍ਰੰਥਾਂ ਦੇ ਵਿੱਚ ਵੀ ਲਿਖਿਆ ਹੋਇਆ ਹੈ, ਜਿਨ੍ਹਾਂ ਨੂੰ ਮੁਸਲਮਾਨ ਵੀਰ ਵੀ ਚੰਗੀ ਤਰ੍ਹਾਂ ਮੰਨਦੇ ਹਨ ਕਿ ਇਹ ਹੋਇਆ ਹੈ। ਤਾਂ ਜਿਨ੍ਹਾਂ ਦੇ ਵਿੱਚੋਂ ਇੱਕ ਫਤੂਹਤ ਨਾਮ ਦੀ ਕਿਤਾਬ, ਫਤੂਹਤ ਮਕੀ ਨਾਮ ਦੀ ਕਿਤਾਬ, ਜੋ ਹਜ਼ਰਤ ਇਬਨ ਅਰਬੀ, ਮੁਸਲਮਾਨੀ ਇਹ ਫਕੀਰ ਹੋਇਆ ਹੈ ਹਜ਼ਰਤ ਇਬਨ ਅਰਬੀ, ਇਸ ਨੇ ਲਿਖੀ। ਇਹ ਮੱਕੇ ਦਾ ਹਿੱਲਣਾ ਜੁਲਣਾ ਲਿਖਦੇ ਹਨ। ਇਹਨਾਂ ਨੇ ਲਿਖਿਆ ਕਿ ਇੱਕ ਵਾਰ ਉਹਨਾਂ ਨੇ ਆਪ ਖੁਦ ਮੱਕੇ ਦੇ ਉੱਪਰ ਸ਼ੰਕਾ ਕੀਤੀ, ਕਾਬੇ ਦੇ ਉੱਪਰ ਸ਼ੰਕਾ ਕੀਤੀ, ਅਤੇ ਉਹਨਾਂ ਨੇ ਕਾਬੇ ਦੇ ਵਾਸਤੇ ਬੜੇ ਅਯੋਗ ਬੋਲ ਬੋਲ ਦਿੱਤੇ। ਤਾਂ ਜਦ ਉਹ ਮੱਕੇ ਕਾਬੇ ਦੀ ਜ਼ਿਆਰਤ ਵਾਸਤੇ ਗਏ, ਉਸ ਸਥਾਨ 'ਤੇ ਪਹੁੰਚੇ, ਤਾਂ ਕਾਬੇ ਦੇ ਪਾਸ ਪਹੁੰਚਣ 'ਤੇ ਕਾਬਾ ਆਕਾਸ਼ ਦੇ ਵੱਲ ਉੱਡਿਆ, ਆਪਣੀਆਂ ਨੀਹਾਂ ਦੇ ਸਮੇਤ ਆਕਾਸ਼ ਦੇ ਵੱਲ ਉੱਠਣਾ ਸ਼ੁਰੂ ਹੋਇਆ। ਕਿੰਨਾ ਉੱਚਾ ਚਲਿਆ ਗਿਆ ਤਾਂ ਕਾਬਾ ਹੁਣ ਇਸ ਹਜ਼ਰਤ ਇਬਨ ਅਰਬੀ ਦੇ ਸਿਰ ਦੇ ਉੱਪਰ ਡਿੱਗ ਕੇ ਇਸ ਨੂੰ ਮਾਰਨਾ ਚਾਹੁੰਦਾ ਸੀ। ਤਾਂ ਇਸ ਨੂੰ ਪਤਾ ਚੱਲਿਆ ਤਾਂ ਇਹ ਦੇਖ ਕੇ ਬੜਾ ਡਰ ਗਿਆ। ਤਾਂ ਉਸ ਕਾਬੇ ਦੇ ਵਿੱਚੋਂ ਇਹ ਆਵਾਜ਼ ਵੀ ਆਈ ਕਿ ਤੂੰ ਸਾਡੇ ਵਾਸਤੇ ਬੜੇ ਅਯੋਗ ਬੋਲ ਬੋਲੇ, ਤੈਨੂੰ ਇੱਥੇ ਹੀ ਖਤਮ ਕਰ ਦੇਣਾ ਹੈ। ਤਾਂ ਉਹ ਹਜ਼ਰਤ ਇਬਨ ਅਰਬੀ ਉਹ ਬੜਾ ਡਰ ਜਾਂਦਾ ਹੈ, ਘਬਰਾ ਜਾਂਦਾ ਹੈ। ਉਸਨੇ ਘਬਰਾਏ ਹੋਏ ਮਾਫੀਆਂ ਮੰਗੀਆਂ ਅਤੇ ਕਾਬੇ ਦੇ ਅੱਗੇ ਬੜੀ ਕਾਬੇ ਦੀ ਤਾਰੀਫ ਕੀਤੀ। ਜਦ ਸਿਫਤ ਕੀਤੀ ਤਾਂ ਉਸੇ ਟਾਈਮ ਕਾਬਾ ਆਪਣੀ ਅਸਲੀ ਜਗ੍ਹਾ 'ਤੇ, ਅਸਲੀ ਟਿਕਾਣੇ 'ਤੇ ਆ ਗਿਆ। ਅਸਲੀ ਟਿਕਾਣੇ 'ਤੇ ਆ ਕੇ ਟਿਕ ਜਾਂਦਾ ਹੈ। ਫਤੂਹਤ ਮਕੀ ਨਾਮ ਦੀ ਕਿਤਾਬ ਦੇ ਵਿੱਚ, ਇਸਲਾਮ ਦੀ ਕਿਤਾਬ ਦੇ ਵਿੱਚ ਇਹ ਲਿਖਿਆ ਹੋਇਆ ਹੈ, ਜਿਸ ਨੂੰ ਮੁਸਲਮਾਨ ਵੀਰ ਵੀ ਮੰਨਦੇ ਹਨ। ਔਰ ਦੂਸਰੀ ਵਾਰਤਾ ਇਤਿਹਾਸ ਦੇ ਵਿੱਚ ਬੜੀ ਪ੍ਰਚਲਿਤ ਹੈ
ਕਿ ਇੱਕ ਰਾਇਬਾ ਨਾਮ ਕਰਕੇ ਬੀਬੀ ਹੋਈ ਹੈ। ਇਸਲਾਮ ਮਤ ਦੇ ਵਿੱਚ ਰਾਬਿਆ ਨਾਮ ਵੀ ਕਿਹਾ ਜਾਂਦਾ ਹੈ, ਰਾਇਬਾ ਨਾਮ ਕਰਕੇ ਉਹ ਬੀਬੀ ਇਸਲਾਮ ਮਤ ਦੇ ਵਿੱਚ ਹੋਈ ਹੈ। ਉਹ ਮੱਕੇ ਦੀ ਜ਼ਿਆਰਤ ਦੇ ਵਾਸਤੇ ਗਈ। ਜਦ ਜਾ ਰਹੀ ਸੀ ਤੇ ਰਸਤੇ ਦੇ ਵਿੱਚ ਇੱਕ ਬਹੁਤ ਵੱਡਾ ਜੰਗਲ ਸੀ, ਜਿਸ ਜੰਗਲ ਦੇ ਵਿੱਚ ਗਰਮੀ ਦੇ ਮੌਸਮ ਤੇ ਇੱਕ ਦਰਖਤ ਦੇ ਥੱਲੇ ਆਰਾਮ ਕਰਨ ਦੇ ਵਾਸਤੇ ਰੁਕੀ, ਔਰ ਨਾਲ ਹੀ ਇੱਕ ਖੂਹ ਬਣਿਆ ਹੋਇਆ ਸੀ। ਤਾਂ ਇਸ ਖੂਹ ਦੇ ਪਾਸ ਬਹੁਤ ਸਾਰੇ ਕਤੂਰੇ, ਕੁੱਤੀ ਦੇ ਕਤੂਰੇ ਕਿੰਨੇ ਸਾਰੇ ਇੱਥੇ ਫਿਰਦੇ ਸੀ, ਜੋ ਬੜੀ ਸਖਤ ਗਰਮੀ ਦੇ ਵਿੱਚ ਬੜੇ ਪਿਆਸੇ ਸਨ, ਧਿਆਏ ਸਨ, ਤੇ ਜੋ ਬਾਰ-ਬਾਰ ਖੂਹ ਦੇ ਪਾਣੀ ਦੇ ਵੱਲ ਥੱਲੇ ਨੂੰ ਦੇਖ ਰਹੇ ਸਨ। ਖੂਹ ਦੇ ਪਾਣੀ ਦੇ ਵੱਲ ਬਾਰ-ਬਾਰ ਦੇਖ ਰਹੇ ਸਨ। ਤਾਂ ਇਸ ਤਰ੍ਹਾਂ ਇੱਧਰ ਉੱਧਰ ਫਿਰਦੇ ਤੇ ਇਸ ਬੀਬੀ ਨੇ ਦੇਖਿਆ, ਰਾਇਬਾ ਨੇ ਦੇਖਿਆ ਕਿ ਇਹ ਕਤੂਰੇ ਇਉਂ ਲੱਗਦਾ ਹੈ ਕਿ ਬੜੇ ਪਿਆਸੇ ਹਨ, ਪਿਆਸ ਦੇ ਨਾਲ ਬੜੇ ਵਿਆਕੁਲ ਹਨ। ਤਾਂ ਉਸਨੇ ਦੇਖਿਆ ਕਿ ਇਸ ਖੂਹ ਦੇ ਵਿੱਚੋਂ ਪਾਣੀ ਕੱਢ ਕੇ ਤੇ ਮੈਂ ਇਹਨਾਂ ਨੂੰ ਪਿਆ ਦੇਵਾਂ ਤੇ ਚੰਗਾ ਹੋਵੇਗਾ। ਤਾਂ ਉਸ ਟਾਈਮ ਉਸ ਦੇ ਪਾਸ ਕੋਈ ਪਾਣੀ ਦੇ ਵਾਸਤੇ ਸਾਧਨ ਨਹੀਂ ਸੀ, ਕੋਈ ਉਸ ਟਾਈਮ ਬਰਤਨ ਪਾਸ ਨਹੀਂ ਸੀ, ਕੋਈ ਰੱਸਾ ਆਦਿ ਪਾਸ ਨਹੀਂ ਸੀ ਕਿ ਜਿਸ ਦੇ ਨਾਲ ਖੂਹ ਦੇ ਵਿੱਚੋਂ ਪਾਣੀ ਕੱਢਿਆ ਜਾਵੇ। ਤਾਂ ਉਸਨੇ ਕੀ ਕੀਤਾ, ਇਹ ਪਰਉਪਕਾਰ ਕਰਨ ਦੇ ਵਾਸਤੇ, ਉਹਨਾਂ ਕਤੂਰਿਆਂ ਨੂੰ ਪਾਣੀ ਪਿਆਉਣ ਦੇ ਵਾਸਤੇ ਆਪਣੇ ਸਿਰ ਦੇ ਵਾਲ ਪੱਟੇ, ਸਿਰ ਦੇ ਕੇਸ ਪੱਟੇ ਤੇ ਉਹਨਾਂ ਨੂੰ ਪੱਟ ਕੇ ਇੱਕ ਰੱਸੀ ਬਣਾਈ। ਰੱਸੀ ਬਣਾ ਕੇ ਉਸ ਦੇ ਨਾਲ ਇੱਕ ਕੱਪੜਾ, ਇੱਕ ਆਪਣਾ ਦੁਪੱਟਾ ਉਹ ਉਸ ਦੇ ਨਾਲ ਬੰਨ੍ਹ ਕੇ ਪਾਣੀ ਦੇ ਵਿੱਚ, ਖੂਹ ਦੇ ਵਿੱਚ ਲਟਕਾ ਦਿੱਤਾ। ਉਹ ਕੱਪੜਾ ਪਾਣੀ ਤੱਕ ਪਹੁੰਚਿਆ, ਪਾਣੀ ਦੇ ਵਿੱਚ ਭਿੱਜ ਗਿਆ। ਤਾਂ ਇਸ ਨੇ ਬਾਹਰ ਕੱਢ ਕੇ ਉਹ ਕੱਪੜਾ ਇੱਕ ਛੋਟੇ ਜਿਹਾ ਕੁੰਡ ਬਣਿਆ ਸੀ, ਉਸ ਦੇ ਵਿੱਚ ਨਿਚੋੜ ਦਿੱਤਾ। ਥੋੜ੍ਹਾ ਥੋੜ੍ਹਾ ਪਾਣੀ ਉਹ ਕਤੂਰੇ ਭੱਜ ਭੱਜ ਕੇ ਆਏ ਔਰ ਪੀਣ ਲੱਗੇ। ਇਸ ਤਰ੍ਹਾਂ ਇਸ ਬੀਬੀ ਨੇ ਬਾਰ-ਬਾਰ ਉਸ ਖੂਹ ਦੇ ਵਿੱਚੋਂ ਉਹ ਕੱਪੜੇ ਦੇ ਰਾਹੀਂ ਪਾਣੀ ਬਾਹਰ ਨਿਕਾਲਿਆ, ਬਾਹਰ ਨਿਚੋੜ ਦਿੰਦੀ ਤੇ ਉਹ ਪੀਂਦੇ ਰਹਿੰਦੇ। ਤਾਂ ਜਦ ਪਾਣੀ ਪੀ ਪੀ ਕੇ ਉਹ ਕਤੂਰੇ ਰੱਜ ਜਾਂਦੇ ਹੈ, ਬੜੇ ਖੁਸ਼ ਹੋ ਕੇ ਤੇ ਇਸ ਬੀਬੀ ਦੇ ਕਦੇ ਪੈਰਾਂ ਨੂੰ ਚੱਟਣ ਲੱਗ ਜਾਂਦੇ ਹਨ, ਕਦੇ ਆਪਣੇ ਪੱਬ ਲਾ ਕੇ ਇਸ ਦੇ ਉੱਪਰ ਇਸ ਤਰ੍ਹਾਂ। ਤਾਂ ਜਦ ਇਸ ਤਰ੍ਹਾਂ ਇਸਨੇ ਦੇਖਿਆ ਕਿ ਇਹ ਪਾਣੀ ਦੇ ਨਾਲ ਪਿਆਸੇ ਸੀ, ਬੜੇ ਦੁਖੀ ਸੀ, ਹੁਣ ਪਾਣੀ ਪੀ ਕੇ ਇਹਨਾਂ ਦੀ ਤੇ ਮਰ ਗਈ ਹੈ, ਦੂਰ ਹੋ ਗਈ ਹੈ। ਤਾਂ ਇਸ ਦਾ ਇਹ ਵੱਡਾ ਪੁੰਨ, ਇੱਕ ਪਰਉਪਕਾਰ ਮੰਨਿਆ ਗਿਆ। ਇਸ ਦਾ ਇਹ ਪਰਉਪਕਾਰ ਦੇਖ ਕੇ ਕਹਿਣ ਲੱਗੇ, ਮੱਕਾ ਸ਼ਰੀਫ, ਮੱਕਾ ਕਾਬਾ, ਉਹ ਵੀ ਕਹਿੰਦੇ 60 ਕੋਹ ਚੱਲ ਕੇ ਇਸ ਬੀਬੀ ਦੇ ਪਾਸ ਆ ਗਿਆ ਸੀ। ਤਾਂ ਇਸ ਦੀ ਇਸ ਦਇਆ ਦੇ ਕਾਰਨ, ਇਸ ਦੇ ਇਸ ਪਰਉਪਕਾਰ ਦੇ ਕਾਰਨ, ਤਾਂ ਇਹ ਇਸਲਾਮ ਮਤ ਦੇ ਵਿੱਚ ਵੀ ਇਹ ਪ੍ਰਚਲਿਤ ਹੈ ਕਿ ਰਾਇਬਾਂ ਦੇ ਪਾਸ ਚੱਲ ਕੇ ਮੱਕਾ ਆਇਆ ਸੀ, 60 ਕੋਹ ਚੱਲ ਕੇ ਆਇਆ ਸੀ। ਤਾਂ ਇਹ ਗੁਰੂ ਮਹਾਰਾਜ ਜੀ ਵੀ ਗੁਰਬਾਣੀ ਦੇ ਵਿੱਚ ਅੰਕਿਤ ਕਰਦੇ ਹਨ ਦਇਆ ਦੇ ਵਾਸਤੇ। ਤਾਂ ਇੱਕ ਜੀਵ ਦੇ ਉੱਪਰ ਸਤਿਗੁਰੂ ਕਹਿੰਦੇ ਦਇਆ ਕੀਤੀ ਜਾਵੇ, ਦਇਆ ਕੀਤੀ ਜਾਵੇ, ਤੇ ਕਹਿਣ ਲੱਗੇ 68 ਤੀਰਥਾਂ ਦਾ ਫਲ ਉਸ ਨੂੰ ਪ੍ਰਾਪਤ ਹੁੰਦਾ ਹੈ। 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ, ਸਤਿਗੁਰੂ ਉਚਾਰਨ ਕਰਦੇ ਹਨ 12 ਮਹਾਂ ਦੇ ਵਿੱਚ। 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ, ਕਿ ਇੱਕ ਜੀਵ ਦੇ ਉੱਤੇ ਦਇਆ ਕੀਤੀ ਜਾਵੇ ਤੇ 68 ਤੀਰਥਾਂ ਦਾ ਫਲ ਪ੍ਰਾਪਤ ਹੁੰਦਾ ਹੈ। ਤਾਂ ਹੁਣ ਇਸ ਰਾਇਬਾ ਨਾਮ ਦੀ ਬੀਬੀ ਦੇ ਬਾਬਤ ਤਜਰਕਾ ਤੁਲ ਔਲੀਆ ਨਾਮ ਦੀ ਪੁਸਤਕ ਦੇ ਵਿੱਚ, ਮੁਸਲਮਾਨੀ ਪੁਸਤਕ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ ਕਿ ਰਾਇਬਾ ਜਦ ਦੂਸਰੀ ਵਾਰ ਮੱਕੇ ਸ਼ਰੀਫ ਦੀ ਜ਼ਿਆਰਤ ਦੇ ਵਾਸਤੇ ਆਈ, ਹਜ ਕਰਨ ਦੇ ਵਾਸਤੇ ਆਈ, ਤਾਂ ਉਸ ਟਾਈਮ ਮੱਕਾ ਇਸ ਦੇ ਸਵਾਗਤ ਦੇ ਵਾਸਤੇ ਚੱਲ ਕੇ ਅੱਗੇ ਚਲਿਆ ਗਿਆ ਸੀ। ਤਾਂ ਜਦ ਅੱਗੇ ਚਲਿਆ ਗਿਆ ਸੀ ਤਾਂ ਬਾਅਦ ਦੇ ਵਿੱਚ ਕੀ ਹੋਇਆ, ਇੱਕ ਹਜ਼ਰਤ ਇਬਰਾਹੀਮ ਅਦਮ ਨਾਮ ਦਾ ਇਹ ਮੁਸਲਮਾਨ ਫਕੀਰ ਜਦ ਇਹ ਇਸ ਸਥਾਨ 'ਤੇ ਪਹੁੰਚਿਆ ਤੇ ਇਹ ਦੇਖ ਕੇ ਬੜਾ ਹੈਰਾਨ ਹੋਇਆ ਕਿ ਇਸ ਸਥਾਨ 'ਤੇ ਮੱਕਾ ਕਾਬਾ ਬਣਿਆ ਹੋਇਆ ਸੀ। ਅਸੀਂ ਆਉਂਦੇ ਸਾਂ ਤੇ ਅੱਜ ਇੱਥੇ ਮੱਕਾ ਕਾਬਾ ਦਿਖਾਈ ਨਹੀਂ ਦੇ ਰਿਹਾ। ਉਹ ਹਜ਼ਰਤ ਇਬਰਾਹੀਮ ਅਦਮ ਉਹ ਦੇਖ ਕੇ ਦੰਗ ਰਹਿ ਗਿਆ ਕਿ ਇਸ ਸਥਾਨ 'ਤੇ ਮੱਕਾ ਕਾਬਾ ਬਣਿਆ ਹੋਇਆ ਸੀ, ਕਿ ਮੈਨੂੰ ਹੀ ਖੁਸ਼ ਹੋ ਗਿਆ, ਮੇਰੀਆਂ ਅੱਖਾਂ ਨੂੰ ਹੀ ਖੁਸ਼ ਹੋ ਗਿਆ
ਮੇਰੀਆਂ ਨਿਗਾਹ ਦੇ ਵਿੱਚ ਹੀ ਫਰਕ ਪੈ ਗਿਆ ਹੈ। ਤਾਂ ਜਦ ਉਹ ਇਸ ਚਿੰਤਾ ਦੇ ਵਿੱਚ ਸੀ, ਇਸ ਹੈਰਾਨੀ ਦੇ ਵਿੱਚ ਸੀ, ਤਾਂ ਉਸ ਨੂੰ ਆਕਾਸ਼ਬਾਣੀ ਹੋਈ ਕਿ ਦੇਖ ਇਬਰਾਹੀਮ, ਤੇਰੀਆਂ ਨਿਗਾਹ ਨੂੰ ਕੁਛ ਨਹੀਂ ਹੋਇਆ, ਤੇਰੀਆਂ ਅੱਖਾਂ ਨੂੰ ਕੁਛ ਨਹੀਂ ਹੋਇਆ। ਇਹ ਤੇ ਕੇਵਲ ਮੱਕਾ ਕਾਬਾ ਹੀ ਉਸ ਰਹਿਬਾ ਨਾਮ ਦੀ ਬੀਬੀ ਦੇ ਸਵਾਗਤ ਦੇ ਵਾਸਤੇ ਅੱਗੇ ਚਲਿਆ ਗਿਆ ਹੈ। ਇਸੇ ਅਸਥਾਨ 'ਤੇ ਮੱਕਾ ਫਿਰ ਆ ਜਾਵੇਗਾ, ਕਾਬਾ ਫਿਰ ਆ ਜਾਵੇਗਾ। ਤਜਰਕਾਤੁਲ ਔਲੀਆ ਨਾਮ ਦੀ ਮੁਸਲਮਾਨੀ ਇਸਲਾਮ ਦੀ ਪੁਸਤਕ ਦੇ ਵਿੱਚ ਇਉਂ ਲਿਖਿਆ ਹੋਇਆ ਹੈ, ਜੋ ਭਾਈ ਸਾਹਿਬ ਭਾਈ ਵੀਰ ਸਿੰਘ ਜੀਆਂ ਨੇ ਇਸ ਗ੍ਰੰਥ ਸੂਰਜ ਪ੍ਰਕਾਸ਼ ਦੀ ਟੀਕਾ ਟਿੱਪਣੀ ਦੇ ਵਿੱਚ ਲਿਖਿਆ ਹੈ, ਸਾਰੀ ਵਾਰਤਾ ਦੱਸਣਾ ਕੀਤੀ ਹੈ। ਤਾਂ ਹੁਣ ਗੁਰੂ ਬਾਬਾ ਜੀਆਂ ਦੇ ਚਰਨਾਂ ਦੇ ਨਾਲ ਮੱਕਾ ਘੁੰਮ ਜਾਣਾ, ਮੱਕਾ ਫਿਰ ਜਾਣਾ, ਤੇ ਇਹ ਵੀ ਗੱਲ ਹੋ ਹੀ ਸਕਦੀ ਹੈ, ਇਹ ਵੀ ਗੱਲ ਮੰਨਣੀ ਹੀ ਪਵੇਗੀ ਕਿ ਇਸ ਤਰ੍ਹਾਂ ਹੋਵੇਗਾ। ਹੁਣ ਇੱਕ ਹੋਰ ਵਾਰਤਾ ਕਿ ਜਿਸ ਟਾਈਮ ਭਗਤ ਨਾਮਦੇਵ ਜੀ ਉਹ ਮੰਦਰ ਦੇ ਵਿੱਚ ਜਦ ਪਾਂਡਿਆਂ ਦੇ ਪਾਸ ਭਗਵਾਨ ਦੇ ਗੁਣ ਗਾ ਰਹੇ ਸੀ, ਉਹਨਾਂ ਨੇ ਸ਼ੂਦਰ ਜਾਣ ਕੇ ਤਾਂ ਨਾਮਦੇਵ ਜੀਆਂ ਨੂੰ ਮੰਦਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਧੱਕੇ ਮਾਰ ਕੇ ਕਿ ਤੂੰ ਸ਼ੂਦਰ ਹੈ, ਇੱਥੇ ਸਾਡੇ ਵਿੱਚ ਬੈਠ ਕੇ ਕਿਵੇਂ ਤੂੰ ਭਗਵਾਨ ਦੀ ਗੁਣ ਗਾ ਸਕਦਾ। ਤਾਂ ਇਸ ਤਰ੍ਹਾਂ ਜਦ ਨਾਮਦੇਵ ਜੀਆਂ ਨੂੰ ਬਾਹਰ ਕੱਢ ਦਿੱਤਾ, ਨਾਮਦੇਵ ਜੀ ਬੜੇ ਉਦਾਸ ਹੋਏ, ਬੜੇ ਦੁਖੀ ਹੋਏ, ਕਿਉਂਕਿ ਇਹਨਾਂ ਪਾਂਡਿਆਂ ਨੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਤਾਂ ਇਸ ਮੰਦਰ ਦੇ ਪਿਛਲੀ ਸਾਈਡ ਆ ਕੇ ਨਾਮਦੇਵ ਜੀ ਬੈਠ ਜਾਂਦੇ ਹਨ। ਬੈਠ ਕੇ ਆਪਣੇ ਬੀਠਲ ਨੂੰ, ਆਪਣੇ ਭਗਵਾਨ ਨੂੰ ਯਾਦ ਕੀਤਾ ਕਿ ਐ ਭਗਵਾਨ, ਮੈਂ ਤੇਰੇ ਗੁਣ ਗਾਉਂਦਾ ਸੀ, ਤੇਰੇ ਗੁਣ ਗਾਉਂਦਿਆਂ ਹੋਇਆਂ ਵੀ ਮੈਨੂੰ ਧੱਕੇ ਪੈਂਦੇ ਹਨ, ਤੇ ਮੇਰੀ ਇੱਥੇ ਲਾਜ ਪੱਤ ਰੱਖਣਾ ਕਰੋ। ਬਾਰ-ਬਾਰ ਭਗਵਾਨ ਦੇ ਅੱਗੇ ਬੇਨਤੀ ਕੀਤੀ। ਭਗਵਾਨ ਨਾਮਦੇਵ ਜੀਆਂ ਦੀ ਬੇਨਤੀ ਤੇ ਪ੍ਰਸੰਨ ਹੋਏ ਤੇ ਉਹਨਾਂ ਪਾਂਡਿਆਂ ਨੂੰ ਵੀ ਸਬਕ ਸਿਖਾਉਣ ਦੇ ਵਾਸਤੇ ਤੇ ਇੱਧਰ ਨਾਮਦੇਵ ਜੀਆਂ ਦਾ ਪਿਆਰ ਪ੍ਰੇਮ ਦੇਖ ਕੇ ਭਗਵਾਨ ਨੇ ਐਸੀ ਖੇਲ ਵਰਤਾ ਦਿੱਤੀ ਕਿ ਉਹ ਸਾਰੇ ਦਾ ਸਾਰਾ ਦਿਹਰਾ ਹੀ ਘੁਮਾ ਦਿੱਤਾ। ਉਸ ਨੂੰ ਘੁਮਾ ਕੇ ਉਸ ਦਾ ਮੁਖ ਸੀ, ਮੂੰਹ ਸੀ, ਮੇਨ ਦਰਵਾਜ਼ਾ ਸੀ ਨਾ, ਉਹ ਨਾਮਦੇਵ ਜੀਆਂ ਦੇ ਵੱਲ ਕਰ ਦਿੱਤਾ ਤੇ ਇਸ ਦੀ ਬੈਕ ਸਾਈਡ ਉਹ ਪਾਂਡਿਆਂ ਦੇ ਵੱਲ ਰਹਿ ਗਈ। ਪਾਂਡੇ ਦੇਖ ਕੇ ਬੜੇ ਹੈਰਾਨ ਹੋਏ ਕਿ ਇਹ ਕੀ ਕੌਤਕ ਵਰਤਿਆ, ਤੇ ਉਹ ਨਿਸ਼ਾਨੀ ਅੱਜ ਤੱਕ ਵੀ ਕਾਇਮ ਹੈ। ਜੇਕਰ ਉੱਥੇ ਜਾਓ, ਇੱਧਰ ਹਜ਼ੂਰ ਸਾਹਿਬ ਵਾਲੇ ਪਾਸੇ ਇਹ ਸਥਾਨ ਪੈ ਜਾਂਦਾ ਹੈ ਕੁਝ ਕੁ ਦੂਰੀ 'ਤੇ। ਤਾਂ ਅੱਜ ਦੇਖੋ, ਤੇ ਉਸ ਮੰਦਰ ਦਾ ਅੱਜ ਵੀ ਜੋ ਮੇਨ ਗੇਟ ਹੈ ਉਹ ਦੂਸਰੇ ਪਾਸੇ ਹੈ। ਮੇਨ ਗੇਟ ਤੋਂ ਸਾਹਮਣੇ ਜਾਂਦੇ ਦੇਖਦੇ ਹਾਂ ਤਾਂ ਉਸ ਮੰਦਰ ਦੀ ਬੈਕ ਸਾਈਡ ਬਣੀ ਹੋਈ ਹੈ। ਦੂਸਰੇ ਪਾਸੇ ਜਾ ਕੇ ਉਸ ਦਾ ਮੰਦਰ ਦਾ ਮੇਨ ਦਰਵਾਜ਼ਾ ਬਣਿਆ ਹੋਇਆ ਹੈ, ਜੋ ਭਗਵਾਨ ਨੇ ਨਾਮਦੇਵ ਜੀਆਂ ਦੀ ਬੇਨਤੀ ਮੰਨ ਕੇ, ਨਾਮਦੇਵ ਜੀਆਂ ਦੇ ਪਿਆਰ ਦੇ ਵਿੱਚ ਉਹ ਦਿਹਰਾ ਹੀ ਘੁਮਾ ਦਿੱਤਾ ਸੀ। ਇਸ ਤਰ੍ਹਾਂ ਦੇ ਬਹੁਤ ਸਾਰੇ ਇਤਿਹਾਸ ਦੇ ਵਿੱਚ ਪ੍ਰਸੰਗ ਆਉਂਦੇ ਹਨ, ਤੇ ਇੱਥੇ ਤੇ ਇਹ ਸ਼ੰਕਾ ਕਰਨਾ ਨਜਾਇਜ਼ ਹੈ ਕਿ ਗੁਰੂ ਬਾਬਾ ਜੀ ਜਿੱਥੇ ਨਿਰੰਕਾਰ ਸਰੂਪ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਨੂੰ ਭੱਟਾਂ ਨੇ ਆਪਣੇ ਸਵਈਆਂ ਦੇ ਵਿੱਚ ਲਿਖਿਆ ਹੈ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਕਿ ਨਿਰੰਕਾਰ ਨੇ ਆਪ ਹੀ ਆਪਣਾ ਸਰੂਪ ਨਾਨਕ ਧਾਰ ਕੇ ਇਸ ਦੁਨੀਆ ਦੇ ਵਿੱਚ ਪ੍ਰਗਟ ਹੋਣਾ ਕੀਤਾ ਹੈ। ਤੇ ਉਹ ਗੁਰੂ ਨਾਨਕ ਦੇਵ ਜੀਆਂ ਦੇ ਚਰਨਾਂ ਦੇ ਨਾਲ ਮੱਕਾ ਘੁੰਮ ਜਾਣਾ ਇੱਕ ਮਾਮੂਲੀ ਵਾਰਤਾ ਹੈ, ਮਾਮੂਲੀ ਗੱਲ ਹੈ। ਲੱਜਤ ਹੋਏ ਗਇਓ ਤਬ ਜੀਵਨ, ਜੀਵਨ ਨਾਮ ਕਰਕੇ ਕਾਜੀ ਬੜਾ ਸ਼ਰਮਸ਼ਾਰ ਹੋ ਜਾਂਦਾ ਹੈ। ਭੇਦ ਕੋ ਜਾਣਦਾ ਹੈ ਨਾ ਗਵਾਰਾ, ਪਰ ਉਹ ਗੁਰੂ ਬਾਬਾ ਜੀਆਂ ਦੇ ਭੇਦ ਨੂੰ ਕੋਈ ਸਮਝ ਨਹੀਂ ਸਕਿਆ। ਛੋਰ ਦਏ ਪਦ ਕਾਬਾ ਪਇਓ ਥਿਰ, ਜਦ ਸਤਿਗੁਰਾਂ ਦੇ ਚਰਨ ਛੱਡ ਦਿੱਤੇ ਸੀ ਤੇ ਕਾਬਾ ਵੀ ਉਸੇ ਜਗ੍ਹਾ ਤੇ ਟਿਕ ਗਿਆ ਸੀ। ਮਦਮਤੀ ਕਿ ਕ੍ਰੋਧ ਅਪਾਰਾ, ਤਾਂ ਫੇਰ ਵੀ ਇਹ ਜੀਵਨ ਨਾਮ ਦੇ ਕਾਜੀ ਦੇ ਮਨ ਦੇ ਵਿੱਚ ਉਸੇ ਤਰ੍ਹਾਂ ਕ੍ਰੋਧ ਬਣਿਆ ਹੀ ਰਿਹਾ। ਕੋ ਚਲੇ ਨਾ ਬਸੈ ਬਬ, ਫੇਰ ਇਸ ਦਾ ਕੋਈ ਵੀ ਬਸ ਗੁਰੂ ਬਾਬਾ ਜੀਆਂ ਤੇ ਨਾ ਚੱਲਿਆ। ਤਾਚਨ ਪੂਰ ਕਠੋਰ ਹਵੇ ਬਚਨ ਉਚਾਰਾ, ਕਠੋਰ ਬਚਨ ਤਾਂ ਇਸ ਨੇ ਬੜੇ ਉਚਾਰ ਦਿੱਤੇ।
ਪੂਰਨ ਬਾਰ ਕੋ ਨਿਕਸੋ ਰਹਿ ਬਹਿਤ। ਤਾਂ ਗੁਰੂ ਬਾਬਾ ਜੀਆਂ ਨੂੰ ਫਿਰ ਵੀ ਇਸ ਸਥਾਨ ਤੋਂ ਬਾਹਰ ਨਿਕਲਣ ਦੇ ਵਾਸਤੇ ਕਹਿੰਦਾ ਰਿਹਾ। ਲਾਉ ਨਾ ਥੋਰ ਅਵਾਰਾ। ਕਹਿਣ ਲੱਗਿਆ ਜਿਆਦੀ ਢੇਰ ਨਾ ਲਾਓ, ਇਸ ਸਥਾਨ ਤੋਂ ਨਿਕਲ ਕੇ ਬਾਹਰ ਚਲੇ ਜਾਵੋ। ਦੋਹਰਾ ਸੱਚ ਬਤਾਓ ਤੂੰ ਕੌਣ ਹੈ, ਹਿੰਦ ਜੈਸੀ ਰੀਤ। ਤਾਂ ਫਿਰ ਬਾਰ-ਬਾਰ ਕਹਿਣ ਲੱਗਿਆ ਕਿ ਤੁਸੀਂ ਆਪਣੇ ਬਾਰੇ ਅਸਲੀ ਗੱਲ ਦੱਸੋ, ਸੱਚ ਦੱਸੋ ਕਿ ਤੁਸੀਂ ਹਿੰਦੂ ਹੋ ਜਾਂ ਮੁਸਲਮਾਨ ਹੋ। ਮੁਸਲਮਾਨ ਕਿਉਂ ਕਰ ਸਕੈ ਜੋ ਐਸੀ ਵਿਪਰੀਤ। ਇਸ ਤਰ੍ਹਾਂ ਦੀਆਂ ਅਯੋਗ ਗੱਲਾਂ ਮੁਸਲਮਾਨ ਕਦੇ ਵੀ ਨਹੀਂ ਕਰ ਸਕਣਗੇ। ਸੁਬੇ ਵਖਤ ਕੀਏ ਸੈਨ ਕੋ ਜਾਣਤ ਨਹੀਂ ਨਿਵਾਜ। ਤੁਸੀਂ ਸਵੇਰ ਦੇ ਸਮੇਂ ਇਸ ਸਥਾਨ ਤੇ ਲੰਮੇ ਪਏ ਹੋਏ ਹੋ। ਪਹਿਲੀ ਗੱਲ ਤੇ ਸਵੇਰ ਦੀ ਨਮਾਜ਼ ਪੜ੍ਹਨ ਦੇ ਵਾਸਤੇ ਨਮਾਜ਼ ਦੇ ਸਮੇਂ ਤੁਸੀਂ ਪਏ ਹੋਏ ਹੋ, ਇੱਥੇ ਆਰਾਮ ਕਰਦੇ ਹੋ। ਦੂਸਰੀ ਗੱਲ, ਖੁਦਾ ਦੇ ਘਰ ਦੇ ਵੱਲ ਆਪਣੇ ਪੈਰ ਕੀਤੇ ਹਨ। ਮੁਸਲਮਾਨ ਤੇ ਕਦੇ ਵੀ ਅਯੋਗ ਗੱਲ ਕਰ ਨਹੀਂ ਸਕਦਾ। ਕਹਤੇ ਆਏ ਗਵਾਰ ਤੂੰ ਨੈ ਇਮਾਨ ਕੀ ਲਾਜ। ਅਰ ਤੁਸੀਂ ਕਿਸ ਸਥਾਨ ਤੋਂ ਆਏ ਹੋ, ਤੁਹਾਡਾ ਕਿਹੜਾ ਧਰਮ ਹੈ। ਉੱਠ ਬੈਠੇ ਸ੍ਰੀ ਗੁਰੂ ਤਵੇ ਸੁਮਤੀ ਦੇਨ ਵਿਸਾਲ। ਜਦ ਇਸ ਤਰ੍ਹਾਂ ਦੇ ਬੋਲ ਕਬੋਲ ਕਾਜੀ ਬੋਲਦਾ ਰਿਹਾ ਤਾਂ ਗੁਰੂ ਮਹਾਰਾਜ ਜੀ ਫਿਰ ਕੁਝ ਸਮੇਂ ਤੋਂ ਬਾਅਦ ਉੱਠ ਕੇ ਬੈਠ ਜਾਂਦੇ ਹਨ। ਉੱਠ ਕੇ ਬੈਠ ਜਾਂਦੇ ਹਨ ਇਸ ਕਾਜੀ ਨੂੰ ਮਤ ਦੇਣ ਦੇ ਵਾਸਤੇ ਅਤੇ ਸਭਨਾਂ ਨੂੰ ਸਿੱਖਿਆ ਸਭਨਾਂ ਨੂੰ ਗਿਆਨ ਦੇਣ ਦੇ ਵਾਸਤੇ ਬਚਨ ਕਰਦੇ ਹਨ। ਨੀਕੀ ਕਰਨ ਨਿਵਾਜ ਕੋ ਨੇ ਸਲੋਕ ਤੈ ਕਾਲ। ਤਾਂ ਸਤਿਗੁਰੂ ਬਚਨ ਕਰਦੇ ਹਨ, ਕਾਜੀ ਸਾਹਿਬ ਦੇਖੋ ਤੁਸੀਂ ਜਿਹੜੀ ਨਵਾਜ਼ ਦੀ ਗੱਲ ਕਰਦੇ ਹੋ ਨਾ, ਅਸਲੀ ਨਵਾਜ਼ ਕਿਹੜੀ ਹੈ। ਅਸਲੀ ਨਵਾਜ਼ ਦੇ ਬਾਰੇ ਤੁਹਾਨੂੰ ਅੱਜ ਅਸੀਂ ਦੱਸ ਹੀ ਦਿੰਦੇ ਹਾਂ। ਪੰਜ ਨਿਵਾਜਾ ਵਖਤ ਪੰਜਾ ਪੰਜੇ ਨਾਓ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਕਾਜੀ ਸਾਹਿਬ ਤੁਸੀਂ ਨਵਾਜ਼ ਦੀ ਗੱਲ ਕਰਦੇ ਹੋ ਪਰ ਅਸਲੀ ਨਵਾਜ਼ ਦੇ ਬਾਰੇ ਤੁਹਾਨੂੰ ਪਤਾ ਨਹੀਂ ਹੈ। ਤਾਂ ਗੁਰਮਤ ਦੇ ਵਿੱਚ ਗੁਰੂ ਦੇ ਅਸੂਲਾਂ ਦੇ ਮੁਤਾਬਕ ਜੋ ਸਤਿਗੁਰੂ ਮਹਾਰਾਜ ਜੀਆਂ ਨੇ ਦੱਸਣਾ ਕੀਤਾ, ਬਚਨ ਬਿਲਾਸ ਕਰਕੇ ਇਸ ਕਾਜੀ ਨੂੰ ਸਮਝਾਉਣਾ ਕੀਤਾ ਤੇ ਸਤਿਗੁਰੂ ਮਹਾਰਾਜ ਜੀਆਂ ਨੇ ਇੱਕ ਸ਼ਬਦ ਉਚਾਰਨ ਕੀਤਾ। ਇੱਕ ਸ਼ਬਦ ਉਚਾਰਨ ਕਰਕੇ ਇਸ ਦੇ ਵਿੱਚ ਦੱਸਿਆ ਕਿ ਅਸਲੀ ਨਿਵਾਜ ਸੱਚੀ ਨਿਵਾਜ ਕੀ ਹੈ। ਪੰਜ ਨਿਵਾਜਾਂ ਵਕਤ ਪੰਜਾਂ ਪੰਜੇ ਨਾਓ। ਸਤਿਗੁਰੂ ਕਹਿਣ ਲੱਗੇ, ਕਾਜੀ ਸਾਹਿਬ ਨਿਵਾਜਾਂ ਪੰਜ ਹਨ ਜੋ ਮੁਸਲਮਾਨੀ ਧਰਮ ਦੇ ਵਿੱਚ, ਇਸਲਾਮ ਧਰਮ ਦੇ ਵਿੱਚ ਮੰਨੀਆਂ ਜਾਂਦੀਆਂ ਹਨ। ਇਸ ਸਥਾਨ ਤੇ ਹੁਣ ਜਦ ਕਾਜੀ ਬੋਲ ਰਿਹਾ ਸੀ ਨਾ ਤੇ ਹੋਰ ਬਹੁਤ ਸਾਰੇ ਯਾਤਰੂ, ਬਹੁਤ ਸਾਰੇ ਕਾਜੀ ਮੁਲਾਣੇ ਉਹ ਵੀ ਇਕੱਠੇ ਹੋ ਗਏ ਸੀ। ਬਹੁਤ ਸਾਰਿਆਂ ਦਾ ਇਕੱਠ ਵੱਟ ਹੋ ਗਿਆ ਸੀ ਤੇ ਸਤਿਗੁਰੂ ਸਭਨਾਂ ਨੂੰ ਸਿੱਖਿਆ ਦੇਣ ਦੇ ਵਾਸਤੇ ਸ਼ਬਦ ਉਚਾਰਨ ਕਰਦੇ ਹਨ। ਪੰਜ ਨਿਵਾਜਾਂ ਵਕਤ ਪੰਜਾਂ ਪੰਜੇ ਨਾਉ, ਜਿਸ ਦਾ ਭਾਵ ਅਰਥ ਇਹ ਹੈ ਕਿ ਮੁਸਲਮਾਨੀ ਧਰਮ ਦੇ ਵਿੱਚ ਪੰਜ ਨਿਵਾਜਾਂ ਹਨ। ਪੰਜਾਂ ਨਿਵਾਜਾਂ ਦਾ ਪੰਜੇ ਹੀ ਵਕਤ ਹਨ। ਪੰਜੇ ਟਾਈਮ ਅੱਡੋ ਅੱਡੀ ਸਮਾਂ ਰੱਖਿਆ ਹੋਇਆ ਹੈ। ਪੰਜ ਨਿਵਾਜਾਂ ਵਕਤ ਪੰਜਾਂ ਪੰਜੇ ਨਾਉ। ਪੰਜਾਂ ਨਿਵਾਜਾਂ ਦੇ ਅੱਡੋ ਅੱਡ ਨਾਮ ਰੱਖੇ ਹੋਏ ਹਨ। ਪਹਿਲਾ ਸੱਚ ਹਲਾਲ ਦੋਏ। ਤਾਂ ਸਤਿਗੁਰੂ ਮਹਾਰਾਜ ਦੂਸਰੀ ਪੰਕਤੀ ਉਚਾਰਨ ਕਰਦੇ ਹਨ, ਪਹਿਲਾ ਸੱਚ ਹਲਾਲ ਦੋਏ। ਕਿ ਸਤਿਗੁਰੂ ਮਹਾਰਾਜ ਕਹਿੰਦੇ ਕਿ ਪਹਿਲੀ ਨਿਵਾਜ ਹੈ ਜੋ ਉਹ ਸੱਚ ਦੀ ਨਿਵਾਜ ਹੈ, ਦੂਸਰੀ ਹੈ ਹਲਾਲ ਦੀ। ਪਹਿਲੀ ਤੇ ਕਹਿਣ ਲੱਗੇ ਕਿ ਸੱਚ ਬੋਲਣਾ, ਸੱਚ ਦੇ ਉੱਪਰ ਚੱਲਣਾ, ਕਦੇ ਆਪਣੀ ਜ਼ੁਬਾਨ ਤੋਂ ਝੂਠ ਨਾ ਬੋਲਣਾ, ਸਦਾ ਜ਼ਿੰਦਗੀ ਦੇ ਵਿੱਚ ਸੱਚ ਨੂੰ ਧਾਰਨ ਕਰਕੇ ਰੱਖਣਾ। ਔਰ ਇਹ ਪਹਿਲੀ ਨਿਵਾਜ ਹੈ। ਜੇਕਰ ਇਸ ਤਰ੍ਹਾਂ ਕਰੋਗੇ ਤੇ ਤੁਸੀਂ ਪਹਿਲੀ ਨਿਵਾਜ ਕਰ ਲਈ ਹੈ। ਦੂਸਰਾ ਹਲਾਲ ਦੀ ਨਿਵਾਜ ਦੂਸਰੀ ਹੈ ਕਿ ਜੋ ਹੱਕ ਦੀ ਕਮਾਈ ਖਾਣੀ ਹੈ, ਹਰਾਮ ਦੀ ਕਮਾਈ ਕਦੇ ਵੀ ਨਹੀਂ ਖਾਣੀ ਹੈ। ਸਦਾ ਹੱਕ ਦੀ ਨੇਕ ਨੀਤੀ ਦੀ ਕਮਾਈ ਖਾਣੀ ਹੈ। ਤੀਜਾ ਖੈਰ ਖੁਦਾਏ। ਤੇ ਤੀਜਾ ਖੈਰ ਖੁਦਾਏ ਤੋਂ ਭਾਵ ਕਿ ਤੀਸਰੀ ਨਿਵਾਜ ਕਿਹੜੀ ਹੈ। ਤੀਸਰੀ ਨਿਵਾਜ ਹੈ ਖੈਰ ਖੁਦਾਏ। ਖੈਰ ਖੁਦਾਏ ਤੋਂ ਭਾਵ ਸਭਨਾਂ ਦੀ ਖੈਰ ਮੰਗਣੀ, ਜਾਣੇ ਜੀਵਾਂ ਦੀ ਖੈਰ ਮੰਗਣੀ, ਜੀਵਾਂ ਦਾ ਭਲਾ ਮੰਗਣਾ। ਕੀ ਹੈ, ਅੱਲਾਹ ਤਾਲਾ ਸਭ ਜੀਵਾਂ ਦੇ ਉੱਪਰ ਰਹਿਮਤ ਬਰਸਾਉਣੀ ਹੈ, ਸਭ ਦਾ ਭਲਾ ਕਰਨਾ ਹੈ। ਜੋ ਗੁਰਮਤਿ ਦੇ ਅਨੁਸਾਰ ਹੁਣ ਅਰਦਾਸ ਦੇ ਵਿੱਚ, ਅਰਦਾਸ ਦੀ ਸਮਾਪਤੀ 'ਤੇ ਬਚਨ ਆਉਂਦੇ ਹਨ ਨਾ, ਨਾਨਕ ਨਾਮ ਚੜ੍ਹਦੀ ਕਲਾ
ਤੇਰੇ ਭਾਣੇ ਸਰਬੱਤ ਦਾ ਭਲਾ। ਹੁਣ ਗੁਰੂ ਕਾ ਸਿੱਖ, ਗੁਰੂ ਕਾ ਪਿਆਰਾ ਹਰ ਰੋਜ਼ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਕੇ ਲਾਸਟ ਤੇ ਇਹ ਬੇਨਤੀ ਕਰਦਾ ਹੈ, ਤੇਰੇ ਭਾਣੇ ਸਰਬੱਤ ਦਾ ਭਲਾ, ਕਿ ਸਰਬੱਤ ਦਾ ਹੀ ਭਲਾ ਕਰਨਾ, ਸਭਨਾਂ ਦਾ ਹੀ ਭਲਾ ਕਰਨਾ। ਗੁਰੂ ਬਾਬਾ ਜੀ ਕਹਿਣ ਲੱਗੇ, ਤੀਜਾ ਖੈਰ ਖੁਦਾਏ। ਤੀਜੀ ਨਵਾਜ਼, ਅਸਲੀ ਨਵਾਜ਼ ਇਹ ਹੈ ਕਿ ਸਭ ਦੀ ਖੈਰ ਮੰਗਣੀ, ਸਭ ਦਾ ਭਲਾ, ਸਰਬੱਤ ਦਾ ਭਲਾ ਮੰਗਣਾ। ਚੌਥੀ ਨੀਅਤ ਰਾਸ ਮਨ। ਤੇ ਚੌਥੀ ਨਿਵਾਜ ਕਿਹੜੀ ਹੈ? ਚੌਥੀ ਨੀਅਤ ਰਾਸ ਮਨ। ਚੌਥੀ ਨਿਵਾਜ ਹੈ ਕਿ ਆਪਣੀ ਨੀਅਤ ਨੂੰ ਸਾਫ਼ ਰੱਖਣਾ, ਨੀਅਤ ਸਾਫ਼ ਰੱਖਣੀ, ਸੱਚੀ ਸੁੱਚੀ ਰੱਖਣੀ। ਚੌਥੀ ਨੀਅਤ ਰਾਸ ਮਨ, ਅਤੇ ਮਨ ਨੂੰ ਸੱਚਾ ਸੁੱਚਾ ਰੱਖਣਾ। ਮਨ ਦੇ ਵਿੱਚ ਵਿਕਾਰਾਂ ਨੂੰ ਪੈਦਾ ਨਾ ਹੋਣ ਦੇਣਾ, ਵਿਕਾਰਾਂ ਨੂੰ ਦੂਰ ਕਰਨਾ। ਵਿਕਾਰਾਂ ਨੂੰ ਦੂਰ ਕੀਤਾ ਜਾਵੇ ਤੇ ਮਨ ਸ਼ੁੱਧ ਹੋ ਜਾਂਦਾ, ਸਾਫ਼ ਹੋ ਜਾਂਦਾ ਹੈ। ਜੇਕਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਵਿਕਾਰ ਮਨ ਦੇ ਵਿੱਚ ਪਏ ਰਹਿਣ ਤੇ ਮਨ ਨੂੰ ਸਦਾ ਹੀ ਖੱਜਲ ਖਰਾਬ ਕਰਦੇ ਰਹਿੰਦੀ ਹੈ, ਮਨ ਨੂੰ ਮੈਲਾ ਕਰਕੇ ਰੱਖਦੇ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ, ਚੌਥੀ ਨੀਅਤ ਰਾਸ ਮਨ। ਚੌਥੀ ਨਿਵਾਜ ਇਹ ਹੈ ਕਿ ਆਪਣੀ ਨੀਅਤ ਸਾਫ਼ ਰੱਖਣੀ ਅਤੇ ਆਪਣੇ ਮਨ ਨੂੰ ਸਾਫ਼ ਰੱਖਣਾ, ਸ਼ੁੱਧ ਰੱਖਣਾ ਹੈ। ਪੰਜਵੀਂ ਸਿਫਤ ਸੁਨਾਏ। ਪੰਜਵੀਂ ਸਿਫਤ ਸੁਨਾਹੇ। ਪੰਜਵੀਂ ਨਿਵਾਜ ਸਤਿਗੁਰੂ ਕਹਿੰਦੇ ਕਿਹੜੀ ਹੈ? ਕਿ ਉਸ ਪਰਮੇਸ਼ਵਰ ਦੀ ਸਿਫਤ ਕਰਨੀ, ਉਸ ਦੀ ਬੰਦਗੀ ਕਰਨੀ, ਉਸ ਦੀ ਸਲਾਹ ਕਰਨੀ, ਉਸ ਦੇ ਗੁਣ ਗਾਉਣੇ। ਕਿਸੇ ਵੀ ਤਰੀਕੇ ਦੇ ਨਾਲ ਉਸ ਪਰਮੇਸ਼ਵਰ ਦੇ ਗੁਣ ਗਾਉਣੇ, ਉਸ ਅੱਲਾਹ ਤਾਲਾ ਦੇ ਗੁਣ ਗਾਉਣੇ। ਇਹ ਪੰਜਵੀਂ ਨਿਵਾਜ ਹੈ ਕਿ ਉਸ ਪਰਮੇਸ਼ਵਰ ਦੇ ਗੁਣ ਗਾਉਣੇ। ਗੁਣ ਗਾਉਣ ਦੀ ਬਾਬਤ ਬਹੁਤ ਸਾਰੇ ਬਚਨ ਆਉਂਦੇ ਹਨ ਗੁਰਬਾਣੀ ਦੇ ਵਿੱਚ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼੍ਰੀ ਸੁਖਮਨੀ ਸਾਹਿਬ ਦੇ ਵਿੱਚ ਉਚਾਰਨ ਕਰਦੇ ਹਨ, ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹਉਮੈ ਬਿਖ ਫੈਲ, ਹੋਏ ਅਚਿੰਤ ਬਸੈ ਸੁਖ ਨਾਲ, ਸਾਸ ਗਰਾਸ ਹਰ ਨਾਮ ਸੰਭਾਲ। ਤਾਂ ਸਤਿਗੁਰੂ ਇਸ ਤਰ੍ਹਾਂ ਕਥਨ ਕਰਦੇ ਹਨ, ਜੇਕਰ ਗੁਰੂ ਪਰਮੇਸ਼ਵਰ ਦੇ ਗੁਣ ਗਾਏਗਾ ਤੇ ਪਰਮੇਸ਼ਵਰ ਦੇ ਗੁਣ ਗਾਉਂਦੇ ਗਾਉਂਦੇ ਤੇਰੇ ਮਨ ਦੀ ਮੈਲ ਆਪਣੇ ਆਪ ਕੱਟੀ ਜਾਵੇਗੀ, ਦੂਰ ਹੋ ਜਾਵੇਗੀ। ਜੋ ਪਾਪਾਂ ਰੂਪੀ ਮੈਲ ਮਨ ਨੂੰ ਲੱਗੀ ਹੋਈ ਹੈ ਨਾ, ਇਹ ਜਨਮਾਂ ਦੇ ਪਾਪਾਂ ਦੀ, ਬੁਰੇ ਕਰਮਾਂ ਦੀ, ਹੋਰ ਪਿਛਲੇ ਕਿੰਨੇ ਜਨਮਾਂ ਦੀ ਮੈਲ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸ਼ਿਆਹੋ, ਖੰਡੜੀ ਧੋਤੀ ਉਜਲੀ ਨਾ ਹੋਵਈ, ਜੇ ਸੌ ਧੋਬਣ ਪਾਹੋ। ਸਤਿਗੁਰਾਂ ਦਾ ਬਚਨ ਹੈ ਕਿ ਇਸ ਮਨ ਨੂੰ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਹੈ, ਪਾਪਾਂ ਰੂਪੀ ਮੈਲ। ਤਾਂ ਤੇ ਇਸ ਜੀਵ ਨੂੰ, ਇਸ ਇਨਸਾਨ ਨੂੰ ਕੋਈ ਨਾ ਕੋਈ ਦੁੱਖ ਚਿੰਬੜਿਆ ਹੀ ਰਹਿੰਦਾ ਹੈ। ਕੋਈ ਪਾਪ ਕਰਮ ਆਪਣਾ ਫਲ ਦੇਣ ਦੇ ਵਾਸਤੇ ਅੱਗੇ ਆਉਂਦਾ ਹੈ, ਇਸ ਪਾਪ ਦਾ ਫਲ ਦੁੱਖ ਮਿਲਦਾ ਹੈ। ਇਹ ਭੋਗਣ ਤੋਂ ਬਾਅਦ ਕੋਈ ਨਾ ਕੋਈ ਹੋਰ ਛੋਟਾ ਮੋਟਾ ਕਰਮ ਅੱਗੇ ਆ ਜਾਂਦਾ ਹੈ, ਉਹ ਭੋਗਣ ਤੋਂ ਬਾਅਦ ਹੋਰ ਅੱਗੇ ਆ ਜਾਂਦਾ ਹੈ। ਇਸ ਤਰ੍ਹਾਂ ਇਹ ਪਾਪਾਂ ਰੂਪੀ ਮੈਲ, ਪਾਪਾਂ ਦਾ ਕਰਕੇ ਇਸ ਜੀਵ ਨੂੰ ਦੁੱਖ ਮਿਲਦੇ ਰਹਿੰਦੇ ਹਨ, ਕਿਉਂਕਿ ਜਨਮਾਂ ਜਨਮਾਂਤਰਾਂ ਦੀ ਪਾਪਾਂ ਰੂਪੀ ਮੈਲ ਲੱਗੀ ਹੋਈ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸ਼ਿਆਹੋ, ਖੰਡੜੀ ਧੋਤੀ ਉਜਲੀ ਨਾ ਹੋਵਈ, ਜੇ ਸੌ ਧੋਬਣ ਪਾਹੋ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਮਨ ਦੇ ਪਾਪਾਂ ਰੂਪੀ ਮੈਲ ਕਿਵੇਂ ਧੋਤੀ ਜਾਵੇ? ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹਉਮੈ ਬਿਖ ਫੈਲ। ਗੁਰੂ ਮਹਾਰਾਜ, ਗੁਰੂ ਪਰਮੇਸ਼ਵਰ ਦੇ ਗੁਣ ਗਾਉਂਦੇ ਗਾਉਂਦੇ ਤੇਰੇ ਮਨ ਦੀ ਪਾਪਾਂ ਰੂਪੀ ਮੈਲ ਦੂਰ ਹੋ ਜਾਵੇਗੀ, ਤੇਰਾ ਮਨ ਸ਼ੁੱਧ ਹੋ ਜਾਵੇਗਾ, ਪਵਿੱਤਰ ਹੋ ਜਾਵੇਗਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਜਦੋਂ ਮਨ ਦੀ ਮੈਲ ਦੂਰ ਹੋ ਜਾਵੇ ਤੇ ਫੇਰ ਕਹਿਣ ਲੱਗੇ ਇਹ ਸ਼ੁੱਧ ਹੋ ਜਾਂਦਾ ਹੈ। ਪੰਜਵੀਂ ਨਿਵਾਜ ਇਹ ਉਸ ਪਰਮੇਸ਼ਵਰ ਦੀ ਸਿਫਤ ਸਲਾਹ ਕਰਨੀ ਹੈ। ਕਰਨੀ ਕਲਮਾ ਆਖ ਕੈ ਤਾ ਮੁਸਲਮਾਨ ਸਦਾਏ। ਸਤਿਗੁਰੂ ਕਹਿਣ ਲੱਗੇ, ਕਾਜੀ ਸਾਹਿਬ ਅਸਲੀ ਮੁਸਲਮਾਨ ਕੌਣ ਹੈ? ਇਸ ਦੀ ਬਾਬਤ ਸੁਣੇ ਪੰਜੇ ਤਰ੍ਹਾਂ ਦੀ ਨਿਵਾਜ ਤੁਹਾਨੂੰ ਦੱਸ ਦਿੱਤੀ ਹੈ। ਇਹ ਦੱਸ ਦਿੱਤੀ ਹੈ ਕਿ ਪਹਿਲੇ ਨੰਬਰ 'ਤੇ ਸੱਚ ਬੋਲਣਾ, ਦੂਜੇ ਨੰਬਰ 'ਤੇ ਹਲਾਲ ਖਾਣਾ, ਜਾਣੇ ਹੱਕ ਦੀ ਕਮਾਈ ਖਾਣੀ। ਇਸ ਤਰ੍ਹਾਂ ਕਰਕੇ ਹੈ। ਤੀਜੀ ਸਭ ਦੀ ਖੈਰ ਮੰਗਣੀ, ਸਭ ਦਾ ਭਲਾ ਮੰਗਣਾ, ਕਿਸੇ ਦਾ ਬੁਰਾ ਨਹੀਂ ਚਿਤਵਣਾ ਹੈ। ਚੌਥੇ ਆਪਣੀ ਨੀਅਤ ਨੂੰ, ਆਪਣੇ ਮਨ ਨੂੰ ਸਾਫ਼ ਰੱਖਣਾ। ਪੰਜਵਾਂ ਉਸ ਪਰਮੇਸ਼ਵਰ ਦੀ ਸਿਫਤ ਸਲਾਹ ਕਰਦੇ ਹੀ ਰਹਿਣਾ। ਹੋਰ ਦੁਨਿਆਵੀ ਗੱਲਾਂ ਬਾਤਾਂ ਤੋਂ ਸੰਕੋਚ ਕਰਨਾ
ਜਿੱਥੇ ਕਿਤੇ ਗੱਲ ਤੋਰਨੀ ਤੇ ਰੱਬ ਦੇ ਘਰ ਦੀ ਹੀ ਗੱਲ ਕਰਨੀ, ਉਸ ਪਰਮੇਸ਼ਵਰ ਦੀ ਹੀ, ਉਸ ਖੁਦਾ ਦੀ ਹੀ ਗੱਲ ਕਰਨੀ। ਇਉਂ ਜੇਕਰ ਪੰਜੇ ਤਰ੍ਹਾਂ ਦੀ ਨਿਵਾਜ ਕਰੋਗੇ, ਇਹ ਨਿਵਾਜ ਉਸ ਰੱਬ ਦੀ ਦਰਗਾਹ ਦੇ ਵਿੱਚ, ਖੁਦਾ ਦੀ ਦਰਗਾਹ ਦੇ ਵਿੱਚ ਕਬੂਲ ਹੋਵੇਗੀ। ਤੇ ਸਤਿਗੁਰੂ ਕਹਿੰਦੇ ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ। ਇਸ ਤਰ੍ਹਾਂ ਚੱਲੋਗੇ ਤਾਂ ਤੁਸੀਂ ਸੱਚੇ ਮੁਸਲਮਾਨ ਕਹਾਵੋਗੇ। ਕਰਨੀ ਕਲਮਾ ਆਖ ਕੇ, ਫਿਰ ਕਲਮਾ ਕਿਹੜੀਆਂ ਪੜ੍ਹਨੀਆਂ ਹਨ? ਮੁਸਲਮਾਨੀ ਧਰਮ ਦੇ ਵਿੱਚ ਕਲਮਾ ਪੜ੍ਹਦੇ ਹਨ। ਸਤਿਗੁਰੂ ਕਹਿੰਦੇ ਅਸਲੀ ਕਲਮਾ ਕਿਹੜੀਆਂ ਪੜ੍ਹਨੀਆਂ ਹਨ? ਅਸਲੀ ਕਲਮਾ ਇਹ ਪੜ੍ਹਨੀਆਂ ਹਨ ਕਿ ਆਪਣੇ ਅੰਤਸ਼ੈਕਰ ਨੂੰ ਸ਼ੁੱਧ ਕਰਕੇ ਆਪਣਾ ਸ਼ੁੱਧ ਆਚਰਣ ਰੱਖਣਾ ਹੈ। ਇਸ ਦੁਨੀਆ ਦੇ ਵਿੱਚ ਸ਼ੁੱਧ ਆਚਰਣ ਰੱਖਣਾ ਹੈ, ਜਿਸ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਕਰੈਕਟਰ ਸਰਟੀਫਿਕੇਟ। ਜਿਵੇਂ ਕਰੈਕਟਰ ਕਹਿ ਦਿੰਦੇ ਹਾਂ ਕਿ ਇਸ ਦਾ ਕਿਸ ਤਰ੍ਹਾਂ ਦਾ ਹੈ, ਤੇ ਉਸ ਤਰ੍ਹਾਂ ਇਹ ਜੀਵਨ ਦੇ ਵਿੱਚ ਸ਼ੁੱਧ ਕਰਮ ਕਰਨੇ ਚਾਹੀਦੇ ਹੈ। ਆਪਣਾ ਆਚਰਣ ਉੱਚਾ ਸੁੱਚਾ ਰੱਖਣਾ, ਇਹ ਸੱਚੀਆਂ ਕਲਮਾਂ ਪੜ੍ਹਨੀਆਂ ਹਨ। ਨਾਨਕ ਜੇਤੇ ਕੂੜਿਆਰ ਕੂੜੇ ਕੂੜੀ ਪਾਏ। ਤਾਂ ਸਤਿਗੁਰੂ ਕਹਿਣ ਲੱਗੇ ਉੱਚਾ ਆਚਰਣ ਰੱਖਣਾ, ਤੇ ਇਸ ਤਰ੍ਹਾਂ ਦੀਆਂ ਕਲਮਾਂ ਪੜ੍ਹੋਗੇ ਤਾਂ ਤੁਸੀਂ ਸੱਚੇ ਮੁਸਲਮਾਨ ਕਹਾਵੋਗੇ। ਤਾਂ ਨਾਨਕ ਸਤਿਗੁਰੂ ਮਹਾਰਾਜ ਉਚਾਰਨ ਕਰਦੇ ਹਨ। ਨਾਨਕ ਜੇਤੇ ਕੂੜਿਆਰ ਕੂੜੇ ਕੂੜੀ ਪਾਏ। ਸਤਿਗੁਰੂ ਮਹਾਰਾਜ ਕਹਿੰਦੇ ਨਾਨਕ ਜੇਤੇ ਕੂੜਿਆਰ ਕੂੜੀ ਕੂੜਾ ਪਾਏ। ਸਤਿਗੁਰੂ ਮਹਾਰਾਜ ਕਹਿੰਦੇ ਕਿ ਜਿਹੜੇ ਇਹਨਾਂ ਸੱਚ ਦੀਆਂ ਨਿਵਾਜ਼ਾਂ ਤੋਂ ਬਿਨਾਂ ਹੋਰ ਨਿਵਾਜ਼ਾਂ ਭਾਵੇਂ ਪੜ੍ਹਦੇ ਰਹਿੰਦੇ ਹਨ, ਪਰ ਇਹ ਸੱਚ ਦੀਆਂ ਨਿਵਾਜ਼ਾਂ ਦੇ ਉੱਪਰ ਨਹੀਂ ਚੱਲਦੇ, ਇਹ ਸੱਚ ਦੇ ਅਸੂਲਾਂ ਦੇ ਉੱਪਰ ਨਹੀਂ ਚੱਲਦੇ, ਇਹਨਾਂ ਤੋਂ ਸਖਣੇ ਹੀ ਰਹਿ ਜਾਂਦੇ ਹਨ, ਖੁੰਝੇ ਹੀ ਰਹਿ ਜਾਂਦੇ ਹਨ। ਉਹ ਤੇ ਕੇਵਲ ਝੂਠੇ ਹੀ ਹਨ, ਝੂਠੀਆਂ ਹੀ ਨਿਵਾਜ਼ਾਂ ਪੜ੍ਹਦੇ ਹਨ। ਤਾਂ ਸਤਿਗੁਰੂ ਮਹਾਰਾਜ ਜੀਆਂ ਨੇ ਇਸ ਤਰ੍ਹਾਂ ਦੇ ਬਚਨ ਸੁਣਾ ਕੇ ਇੱਕ ਵੱਡੀ ਸਿੱਖਿਆ ਹਿੰਦੂ ਅਤੇ ਮੁਸਲਮਾਨ ਸਭਨਾਂ ਨੂੰ ਦੇਣਾ ਕੀਤੀ। ਕਵਿਤ ਬੈਨ ਸੁਨ ਐਸੇ ਬਸ ਚਲਤ ਨ ਕੈਸੇ ਕਛ। ਇਸ ਤਰ੍ਹਾਂ ਦੇ ਬਚਨ ਗੁਰੂ ਮਹਾਰਾਜ ਜੀਆਂ ਨੇ ਸੁਣਾਏ। ਸਭ ਦੇ ਸਭ ਇਹ ਵੱਡੇ ਵੱਡੇ ਬੜੇ ਅਮੋਲਕ ਬਚਨ ਸੁਣ ਕੇ ਬੜੇ ਹੈਰਾਨ ਹੋ ਜਾਂਦੇ ਹਨ। ਹੁਣ ਜਿਹੜੇ ਕਾਜੀ ਆਦਿ ਸਤਿਗੁਰਾਂ ਦੇ ਪਾਸ ਬੋਲ ਰਹੇ ਸਨ ਨਾ, ਤਾਂ ਇਹਨਾਂ ਨੇ ਅੱਗੇ ਕੋਈ ਵੀ ਬਚਨ ਬਿਲਾਸ ਕਰਨ ਦੇ ਯੋਗ ਨਹੀਂ ਰਹਿ ਗਏ। ਇਹ ਬੜੇ ਸ਼ਰਮਸ਼ਾਰ ਹੋਏ ਕਿ ਦੇਖੋ, ਇਹ ਦੇਖ ਕੇ ਵੀ ਬੜੇ ਹੈਰਾਨ ਹੋਏ ਕਿ ਇਹ ਆਮ ਇਨਸਾਨ ਨਹੀਂ ਹੈ, ਇਹ ਤੇ ਕੋਈ ਪੈਗੰਬਰ ਹੀ ਇਸ ਸਥਾਨ 'ਤੇ ਆ ਪਹੁੰਚੀ ਹੈ, ਜਾਂ ਕੋਈ ਅੱਲਾਹ ਤਾਲਾ ਆਪ ਹੀ ਖੁਦਾ ਆਪਣਾ ਰੂਪ ਧਾਰ ਕੇ ਆ ਪਹੁੰਚਿਆ ਹੈ। ਹੁਣ ਜਿਸ ਪ੍ਰਕਾਰ ਕਾਜੀ ਮੁਲਾਨਿਆਂ ਨੇ ਗੁਰੂ ਮਹਾਰਾਜ ਜੀਆਂ ਦੇ ਪਾਸ ਹੱਥ ਜੋੜ ਕੇ ਬੇਨਤੀ ਕਰਨੀ ਹੈ, ਹੋਰ ਆਪਣੇ ਮਜ਼ਹਬ ਦੇ, ਆਪਣੇ ਇਸਲਾਮ ਧਰਮ ਦੇ ਸਵਾਲ ਜਵਾਬ ਪੁੱਛਣੇ ਹਨ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਵੇਗੀ। ਇਉਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕੇ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਬੈਨ ਸੁਨ ਐਸੇ ਬਸ ਚਲਤ ਨ ਕੈਸੋ, ਕਛ ਮੁੱਲਾ ਪਾਖੇ ਕਾਫਰਾ ਕਿਉਂ ਕੁਫਰ ਅਲਾਵਈ। ਬੈਨ ਸੁਨ ਐਸੇ ਬਸ ਚਲਤ ਨ ਕੈਸੇ, ਕਛ ਮੁੱਲਾ ਪਾਖੇ ਕਾਫਰਾ ਕਿਉਂ ਕੁਫਰ ਅਲਾਵਈ। हे अच्युत हे पार ब्रह्म अविनाशी अगनाश।